ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਕਲਾਸ +2 ਦਾ ਯੂਨਿਟ ਨੰਬਰ 1 ਸਟਾਰਟ ਕਰਨ ਜਾ ਰਹੇ ਹਾਂ। ਸੋ ਬੱਚੇ ਤੁਹਾਡੀ ਵੋਟਿੰਗ ਦੇ ਅਕੋਰਡਿੰਗਲੀ ਯੂਨੀਮੈਕਸ ਨੂੰ ਸਭ ਤੋਂ ਜ਼ਿਆਦਾ ਵੋਟਸ ਪਈਆਂ, ਸੋ ਆਪਾਂ ਯੂਨੀਮੈਕਸ ਜਿਹੜੀ ਆ ਸਟਾਰਟ ਕਰਦੇ ਹਾਂ। ਸੋ ਸਿਮਿਲਰਲੀ ਬੱਚੇ ਬਹੁਤ ਘੱਟ ਵੋਟਸ ਦਾ ਫਰਕ ਹੈ ਐਕੂਰੇਟ ਔਰ ਯੂਨੀਮੈਕਸ ਨੂੰ। ਸੋ ਬੱਚੇ ਮੈਂ ਟਰਾਈ ਕਰੂੰਗੀ ਕਿ ਯੂਨੀਮੈਕਸ ਜਲਦੀ ਤੋਂ ਜਲਦੀ ਕੰਪਲੀਟ ਕਰਕੇ ਜਿਹੜੇ ਆਪਾਂ ਐਕੂਰੇਟ ਵੀ ਸਟਾਰਟ ਕਰ ਸਕੀਏ ਪੇਪਰ ਤੋਂ ਪਹਿਲਾਂ। ਸੋ ਬੱਚੇ ਆਪਾਂ ਹੁਣ ਯੂਨੀਮੈਕਸ ਦੀ ਬੁੱਕ ਸਟਾਰਟ ਕਰ ਰਹੇ ਹਾਂ। ਗੋਲਡ ਲੀਵ ਇਲੈਕਟ੍ਰੋਸਕੋਪ ਇਜ਼ ਅ ਡਿਵਾਈਸ ਯੂਜ਼ਡ ਟੂ। ਸੋ ਬੱਚੇ ਇੱਕ ਡਿਵਾਈਸ ਹੁੰਦਾ ਆ ਜਿਹਨੂੰ ਅਸੀਂ ਗੋਲਡ ਲੀਵ ਇਲੈਕਟ੍ਰੋਸਕੋਪ ਕਹਿ ਦਿੰਦੇ ਹਾਂ। ਜਿੱਦਾਂ ਹੀ ਤੁਸੀਂ ਆਪਣੀ +2 ਦੀ ਚੈਪਟਰ ਸਟਾਰਟ ਕਰਦੇ ਹਾਂ, ਬੁੱਕ ਸਟਾਰਟ ਕਰਦੇ ਹਾਂ, ਤਾਂ ਉਹਦੇ ਵਿੱਚ ਦੱਸਿਆ ਜਾਂਦਾ ਆ ਕਿ ਜਿਹੜਾ ਚਾਰਜ ਨੂੰ ਡਿਟੈਕਟ ਕਰਨ ਦੇ ਲਈ ਇੱਕ ਸਪੈਸ਼ਲ ਟਾਈਪ ਦਾ ਡਿਵਾਈਸ ਬਣਾਇਆ ਗਿਆ ਜਿਹਨੂੰ ਕਿ ਗੋਲਡ ਲੀਵ ਇਲੈਕਟ੍ਰੋਸਕੋਪ ਕਿਹਾ ਜਾਂਦਾ ਆ। ਸੋ ਇਸ ਕਰਕੇ ਉਹ ਕਿਹੜੀ ਚੀਜ਼ ਨੂੰ ਮੈਜਰ ਕਰਦਾ ਆ, ਕਿਸ ਚੀਜ਼ ਨੂੰ ਮੈਜਰ ਕਰਨ 'ਚ ਹੈਲਪ ਕਰਦਾ ਆ? ਡਿਟੈਕਟ ਚਾਰਜ ਨੂੰ ਡਿਟੈਕਟ ਕਰਨ ਦੇ ਵਿੱਚ ਯੂਜ਼ ਕੀਤਾ ਜਾਂਦਾ। ਸੈਕਿੰਡ ਆ ਚਾਰਜਿੰਗ ਬਾਈ ਇੰਡਕਸ਼ਨ ਮੀਨਸ ਚਾਰਜਿੰਗ ਅ ਬੋਡੀ ਬਾਈ। ਕਹਿੰਦੇ ਕਿ ਚਾਰਜਿੰਗ ਬਾਈ ਇੰਡਕਸ਼ਨ ਦੇ ਨਾਲ ਜਦੋਂ ਅਸੀਂ ਕਿਸੇ ਚਾਰਜਡ ਬੋਡੀ ਨੂੰ ਚਾਰਜ ਕਰੀਏ ਤਾਂ ਇਹਦਾ ਕੀ ਮਤਲਬ ਆ? ਨੰਬਰ 1, ਟਚਿੰਗ ਅ ਚਾਰਜਡ ਬੋਡੀ ਵਿਦ ਅਨਚਾਰਜਡ ਬੋਡੀ। ਮੰਨ ਲਓ ਕੋਈ ਬੋਡੀ ਚਾਰਜ ਆ, ਜਿੱਦਾਂ ਬੱਚੇ ਸਾਡੀ ਬੋਡੀ ਆ, ਆਲਵੇਜ਼ ਇਹਦੇ ਉੱਤੇ ਕੋਈ ਨਾ ਕੋਈ ਚਾਰਜ ਹੁੰਦਾ ਆ। ਅਗਰ ਸਾਡੀ ਬੋਡੀ ਦੇ ਨਾਲ ਕੋਈ ਅਨਚਾਰਜਡ ਬੋਡੀ ਟੱਚ ਕਰਦੀ ਤਾਂ ਮਤਲਬ ਉਹ ਵੀ ਚਾਰਜ ਹੋ ਜਾਂਦੀ ਆ? ਸੋ ਨਹੀਂ, ਠੀਕ ਹੈ। ਸੈਕਿੰਡ ਆ ਵਿਦਾਊਟ ਟਚਿੰਗ ਅ ਚਾਰਜ ਬੋਡੀ ਵਿਦ ਅਨਚਾਰਜਡ ਵਨ। ਹੁਣ ਅਸੀਂ ਕਿਸੇ ਚੀਜ਼ ਨੂੰ ਟੱਚ ਨਹੀਂ ਕਰਨਾ। ਇੰਡਕਸ਼ਨ ਦਾ ਮਤਲਬ ਕੀ ਆ? ਕਿਸੇ ਚੀਜ਼ ਨੂੰ ਅਸੀਂ ਟੱਚ ਨਹੀਂ ਕਰਨਾ, ਫਿਰ ਵੀ ਉਹਦੇ ਵਿੱਚ ਜਿਹੜਾ ਆ ਚਾਰਜ ਆ ਜਾਵੇ। ਸੋ ਇਹਨੂੰ ਸਮਝਣ ਦੇ ਲਈ ਪਹਿਲਾਂ ਆਪਾਂ ਸਮਝਦੇ ਹਾਂ। ਮੰਨ ਲਓ ਇੱਕ ਸਕੇਲ ਲੈ ਲਿਆ, ਸਕੇਲ ਨੂੰ ਜਿਹੜੇ ਆਪਣੇ ਬਾਲਾਂ ਦੇ ਨਾਲ ਰਗੜੋ। ਬਚਪਨ ਵਿੱਚ ਤੁਸੀਂ ਇਹ ਸ਼ਰਾਰਤਾਂ ਬਚਪਨ ਤੋਂ ਹੀ ਕਰਦੇ ਆ ਰਹੇ ਹੋਵੋਗੇ ਕਿ ਜਿਹੜਾ ਸਕੇਲ ਆ ਉਹਨੂੰ ਜਦੋਂ ਆਪਾਂ ਆਪਣੇ ਬਾਲਾਂ ਦੇ ਨਾਲ ਰਗੜਦੇ ਹਾਂ, ਉਹ ਸਕੇਲ ਨੂੰ ਬਾਅਦ ਵਿੱਚ ਛੋਟੇ ਛੋਟੇ ਕਾਗਜ਼ ਦੇ ਟੁਕੜੇ ਕੋਲ ਲੈ ਕੇ ਜਾਂਦੇ ਹਾਂ, ਤਾਂ ਜਿਹੜੇ ਉਹ ਕਾਗਜ਼ ਦੇ ਟੁਕੜੇ ਹੁੰਦੇ ਆ ਉਹ ਕੀ ਹੁੰਦੇ ਆ? ਸਕੇਲ ਵੱਲ ਅਟਰੈਕਟ ਹੋ ਜਾਂਦੇ ਆ। ਇਹਦਾ ਮਤਲਬ ਅਸੀਂ ਕਾਗਜ਼ ਦੇ ਟੁਕੜਿਆਂ ਨੂੰ ਸਕੇਲ ਦੇ ਨਾਲ ਟੱਚ ਨਹੀਂ ਸੀ ਕੀਤਾ, ਸਿਰਫ ਉਹਦੇ ਕੋਲ ਲੈ ਕੇ ਗਏ ਸੀ। ਚਾਰਜਡ ਬੋਡੀ, ਸਕੇਲ ਕੀ ਹੈ ਇੱਥੇ ਤੁਹਾਡਾ? ਚਾਰਜਡ ਬੋਡੀ। ਅਨਚਾਰਜਡ ਬੋਡੀ ਕੌਣ ਆ ਤੁਹਾਡਾ? ਛੋਟੇ ਛੋਟੇ ਜਿਹੜੇ ਪੇਪਰਸ ਆ, ਉਹਨੂੰ ਵਿਦਾਊਟ ਟਚਿੰਗ ਜਦੋਂ ਅਸੀਂ ਉਹਦੇ ਕੋਲ ਲੈ ਕੇ ਗਏ ਤਾਂ ਚਾਰਜਡ ਬਾਈ ਇੰਡਕਸ਼ਨ ਦੇ ਨਾਲ ਜਿਹੜੇ ਆ ਆਟੋਮੈਟਿਕਲੀ ਉਹ ਛੋਟੇ ਛੋਟੇ ਪੇਪਰ ਆ ਉਹਦੇ ਨਾਲ ਅਟਰੈਕਟ ਹੋ ਜਾਣਗੇ। ਸੋ ਬੀ ਆਪਸ਼ਨ ਇਜ਼ ਅ ਰਾਈਟ ਆਨਸਰ। ਨੈਕਸਟ ਆ ਬਾਈ ਰਬਿੰਗ ਟੂ ਬੋਡੀਜ਼। ਦੋ ਬੋਡੀਜ਼ ਨੂੰ ਜਦੋਂ ਅਸੀਂ ਆਪਸ ਵਿੱਚ ਰਬ ਕਰਦੇ ਹਾਂ, ਜਦੋਂ ਦੋ ਬੋਡੀਜ਼ ਨੂੰ ਬੱਚੇ ਰਬ ਕਰਦੇ ਹਾਂ, ਉਹਦੇ ਨਾਲ ਇੱਕ ਦੂਸਰੇ ਦੇ ਉੱਤੇ ਜਿਹੜਾ ਚਾਰਜ ਆ ਉਹ ਐਕਟੀਵੇਟ ਹੋ ਜਾਂਦਾ ਆ, ਬਟ ਕੀ ਹੁੰਦਾ ਆ? ਇੰਡਕਸ਼ਨ ਨਹੀਂ ਹੁੰਦਾ। ਨੈਕਸਟ ਆ ਪਾਸਿੰਗ ਕਰੰਟ ਥਰੂ ਦ ਬੋਡੀਜ਼। ਕਰੰਟ ਅਗਰ ਅਸੀਂ ਕਿਸੇ ਬੋਡੀ ਦੇ ਵਿੱਚੋਂ ਕਰੰਟ ਹੀ ਪਾਸ ਕਰ ਦਈਏ ਤਾਂ ਇਲੈਕਟ੍ਰਿਕ ਫੀਲਡ, ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ, ਨਾ ਕਿ ਇੰਡਕਸ਼ਨ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਆ ਚਾਰਜ ਇਜ਼ ਅ। ਚਾਰਜ ਕੀ ਆ? ਇੱਕ ਸਕੇਲਰ ਕੁਆਂਟਿਟੀ ਆ। ਹੁਣ ਬੱਚੇ ਇਹ ਸਕੇਲਰ ਕੁਆਂਟਿਟੀ ਕਿਉਂ ਆ? ਕਿਉਂਕਿ ਮੰਨ ਲਓ ਅਸੀਂ ਇੱਕ ਚਾਰਜ ਨੂੰ, ਕਰੰਟ ਨੂੰ ਇੱਦਾਂ ਭੇਜਿਆ, ਠੀਕ ਹੈ, ਇਹਦੀ ਡਾਇਰੈਕਸ਼ਨ ਹੈ, ਮੈਗਨੀਟਿਊਡ ਹੈ, ਬਟ ਕੋਈ ਡਾਇਰੈਕਸ਼ਨ ਨਹੀਂ ਹੁੰਦੀ, ਕੋਈ ਵੀ ਡਾਇਰੈਕਸ਼ਨ ਨਹੀਂ ਹੁੰਦੀ। ਅਗਰ ਅਸੀਂ ਤਾਰਾਂ ਇੰਨੇ ਅੱਗੇ ਉਹ ਜੋੜ ਲਗਾ ਦਿੱਤੇ ਤਾਂ ਉਹਨੇ ਹਰ ਡਾਇਰੈਕਸ਼ਨ 'ਚ ਚਲੀ ਜਾਣਾ। ਜੇ ਅਸੀਂ ਕਹੀਏ ਸਿਰਫ ਇਸ ਡਾਇਰੈਕਸ਼ਨ 'ਚ ਜਾਂ ਆਹ ਵਾਲੀਆਂ ਤਾਰਾਂ 'ਚ ਨਹੀਂ ਜਾਣਾ, ਤਾਂ ਡੈਫੀਨੇਟਲੀ ਉਹ ਇਹਨਾਂ ਵਾਇਰਸ ਦੇ ਵਿੱਚ ਵੀ ਜਾਏਗਾ। ਇਹਦਾ ਮਤਲਬ ਇਹਦੀ ਕੋਈ ਪਰਟੀਕੂਲਰ ਡਾਇਰੈਕਸ਼ਨ ਨਹੀਂ ਹੁੰਦੀ, ਇਸ ਕਰਕੇ ਇਹਨੂੰ ਸਕੇਲਰ ਕੁਆਂਟਿਟੀ ਦੇ ਵਿੱਚ ਕਾਊਂਟ ਕੀਤਾ ਜਾਂਦਾ ਆ। ਨੈਕਸਟ ਆ ਜਾਓ, ਵੈਨ ਅ ਪੋਜ਼ੀਟਿਵ ਚਾਰਜ ਰੋਡ ਇਜ਼ ਟਚਡ ਵਿਦ ਇਲੈਕਟ੍ਰੋਸਕੋਪ ਗੋਲਡ ਲੀਵਸ। ਇਫ ਨੈਗੇਟਿਵ ਚਾਰਜ ਰੋਡ ਇਜ਼ ਟਚਡ ਦੈਨ ਦ ਗੋਲਡ ਲੀਵਸ ਵਿਲ। ਤਾਂ ਗੋਲਡ ਲੀਵ ਕਿੱਦਾਂ ਦਾ ਬਿਹੇਵ ਕਰਨਗੇ? ਤਾਂ ਉਹ ਵੀ ਡਾਈਵਰਟ ਹੋਣੇ ਜਿਹੜੇ ਸਟਾਰਟ ਹੋ ਜਾਣਗੇ। ਸੋ ਆਪਸ਼ਨ ਨੰਬਰ ਬੀ ਜਿਹੜੀ ਆ ਰਾਈਟ ਆਪਸ਼ਨ ਹੈ। ਨੈਕਸਟ ਆ ਵੈਨ ਐਨ ਐਬੋਨਾਈਟ ਰੋਡ ਇਜ਼ ਰਬਡ ਵਿਦ ਫਰ। ਜਦੋਂ ਅਸੀਂ ਕਿਸੇ ਐਬੋਨਾਈਟ ਰੋਡ ਨੂੰ ਫਰ ਦੇ ਨਾਲ ਰਬ ਕਰਦੇ ਹਾਂ ਤਾਂ ਉੱਤੇ ਨੈਗੇਟਿਵ ਚਾਰਜ ਜਿਹੜਾ ਆ ਐਕਵਾਇਰ ਹੋ ਜਾਂਦਾ। ਸੋ ਬੱਚੇ ਜਿਹੜੇ ਆਹ ਵਾਲੀਆਂ ਚੀਜ਼ਾਂ ਆ, ਮੈਂ ਤੁਹਾਨੂੰ ਡਾਇਰੈਕਟ ਆਨਸਰ ਦੱਸ ਰਹੀ ਹਾਂ ਕਿਉਂਕਿ ਮੈਨੂੰ ਸਭ ਦਾ ਚਾਰਜਿਸ ਯਾਦ ਆ ਕਿ ਐਬੋਨਾਈਟ ਰੋਡ 'ਤੇ ਕਿਹੜਾ ਚਾਰਜ ਹੁੰਦਾ ਆ, ਗਲਾਸ ਰੋਡ ਤੇ ਕਿਹੜਾ ਚਾਰਜ ਹੈ, ਪਲਾਸਟਿਕ 'ਤੇ ਕਿਹੜਾ ਚਾਰਜ ਹੈ, ਅਗਰ ਕੋਈ ਸਿਲਕ ਕਲੋਥ ਹੈ, ਅਗਰ ਕੋਈ ਕਾਟਨ ਕਲੋਥ ਹੈ, ਅਗਰ ਸਾਡੀ ਸਕਿਨ ਆ, ਅਗਰ ਬਿੱਲੀ ਦੀ ਖਲ ਆ, ਤਾਂ ਉਹ ਸਾਰੀ ਚੀਜ਼ਾਂ ਦੇ ਜਿਹੜੇ ਚਾਰਜਿਸ ਆ ਉਹ ਤੁਹਾਨੂੰ ਇੱਕ ਵਾਰੀ ਲਰਨ ਕਰਨੇ ਪੈਣਗੇ।
ਸੋ ਬੱਚੇ ਜਿਹੜੇ ਮੇਰੇ ਕੰਟੀਨਿਊਸਲੀ ਲੈਕਚਰਸ ਆ ਉਹਦੇ ਵਿੱਚ ਮੈਂ ਦੱਸਿਆ ਵੀ ਆ ਕਿ ਕਿਸ ਤਰੀਕੇ ਨਾਲ ਜਿਹੜੇ ਅਸੀਂ ਚਾਰਜਸ ਨੂੰ ਲਰਨ ਕਰ ਸਕਦੇ ਹਾਂ। ਸੋ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ +2 ਦੇ ਵਿੱਚ ਯੂਨਿਟ 1 ਦੇ ਜਿਹੜੇ ਆ ਲੈਕਚਰਸ ਸੁਣ ਸਕਦੇ ਆ ਸਟਾਰਟਿੰਗ ਤੋਂ। ਸੋ ਤੁਹਾਨੂੰ ਸਾਰੀਆਂ ਚੀਜ਼ਾਂ ਬਰੀਕੀ ਦੇ ਵਿੱਚ ਪਤਾ ਲੱਗ ਜਾਣਗੀਆਂ। ਸੋ ਇਹ ਵਾਲੇ ਬੱਚੇ ਡਾਇਰੈਕਟ ਆਨਸਰਸ ਆ ਰਹੇ ਆ, ਸੋ ਮੈਂ ਡਾਇਰੈਕਟ ਹੀ ਦੱਸ ਰਹੀ ਹਾਂ। ਨੈਕਸਟ ਹੈ ਇਲੈਕਟ੍ਰੋਸਟੈਟਿਕ ਇਜ਼ ਅ ਸਟੱਡੀ ਆਫ। ਇਲੈਕਟ੍ਰੋਸਟੈਟਿਕ ਜਿਹੜੀ ਆ ਕਿਸ ਚੀਜ਼ ਦੀ ਸਟੱਡੀ ਆ, ਕਿਸ ਚੀਜ਼ ਨੂੰ ਲੈ ਕੇ ਅਸੀਂ ਸਟੱਡੀ ਕਰਦੇ ਹਾਂ ਕਿ ਅਸੀਂ ਉਹਨੂੰ ਇਲੈਕਟ੍ਰੋਸਟੈਟਿਕਸ ਕਹਿ ਦਈਏ। ਇਲੈਕਟ੍ਰੋ ਮਤਲਬ ਕੋਈ ਚਾਰਜ, ਸਟੈਟਿਕ ਮਤਲਬ ਜਦੋਂ ਰੈਸਟ ਦੇ ਉੱਪਰ ਪਿਆ ਹੋਵੇ। ਇਹਦਾ ਮਤਲਬ ਜਦੋਂ ਕਿਸੇ ਚਾਰਜ ਨੂੰ ਰੈਸਟ 'ਤੇ ਪਏ ਹੋਏ ਨੂੰ ਸਟੱਡੀ ਕਰਨੀ ਸਟਾਰਟ ਕੀਤੀ, ਉਸ ਸਟੱਡੀ ਨੂੰ ਅਸੀਂ ਇਲੈਕਟ੍ਰੋਸਟੈਟਿਕਸ ਬੋਲ ਦਿੰਦੇ ਹਾਂ। ਸੋ ਚਾਰਜ ਐਟ ਰੈਸਟ। ਨੈਕਸਟ ਆ ਇਲੈਕਟ੍ਰਿਕ ਚਾਰਜ ਬਿਟਵੀਨ ਟੂ ਬਾਡੀਜ਼ ਕੈਨ ਬੀ ਪ੍ਰੋਡਿਊਸਡ ਬਾਈ। ਦੋ ਚਾਰਜਡ ਬਾਡੀ ਦੇ ਵਿਚਕਾਰ ਜਿਹੜਾ ਆ ਅਸੀਂ ਚਾਰਜ ਨੂੰ ਕਿੱਦਾਂ ਪ੍ਰੋਡਿਊਸ ਕਰ ਸਕਦੇ ਹਾਂ। ਮੰਨ ਲਓ ਹੁਣ ਸਾਡੇ ਕੋਲ ਇੱਕ ਸਕੇਲ ਆ ਅਤੇ ਤੁਹਾਡੇ ਵਾਲ ਆ, ਕਦੋਂ ਉਹਨਾਂ ਦੇ ਵਿੱਚ ਚਾਰਜ ਪ੍ਰੋਡਿਊਸ ਹੋਏਗਾ? ਜਦੋਂ ਤੱਕ ਅਸੀਂ ਉਹ ਦੋਨਾਂ ਨੂੰ ਰਗੜਾਂਗੇ ਨਹੀਂ, ਰਬ ਨਹੀਂ ਕਰਾਂਗੇ। ਸੋ ਸਿੰਪਲ ਆਨਸਰ ਆ ਰਬਿੰਗ। ਸੋ 7th ਦਾ ਆਨਸਰ ਕੀ ਆ ਤੁਹਾਡਾ? ਬੀ ਆਪਸ਼ਨ। ਨੈਕਸਟ ਆ ਵਿਚ ਵਨ ਆਫ ਦਾ ਫੋਲੋਇੰਗ ਇਜ਼ ਅ ਯੂਨਿਟ ਆਫ ਇਲੈਕਟ੍ਰਿਕ ਫੀਲਡ। ਹੁਣ ਇਲੈਕਟ੍ਰਿਕ ਫੀਲਡ ਦੇ ਜਿਹੜੇ ਯੂਨਿਟ ਆ ਉਹ ਕੀ ਹੁੰਦੀ ਆ? ਈ ਕਿਹਦੇ ਇਕੁਅਲ ਹੁੰਦਾ ਬੱਚੇ? F/Q। ਸੋ ਦਿਸ ਇਜ਼ ਨਿਊਟਨ ਤੇ ਚਾਰਜ ਕੂਲਮ। ਨਿਊਟਨ ਪਰ ਕੂਲਮ ਇਜ਼ ਦਾ ਰਾਈਟ ਆਨਸਰ। ਡਨ। ਸੋ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਬੱਚੇ। 9th ਕੁਐਸਚਨ ਦੇਖੋ, ਕੁਆਂਟਾਈਜੇਸ਼ਨ ਆਫ ਚਾਰਜ ਇੰਪਲਾਈਜ਼। ਜਿਹੜਾ ਕੁਆਂਟਾਈਜੇਸ਼ਨ ਆਫ ਚਾਰਜ ਆ ਉਹ ਸਾਨੂੰ ਕੀ ਦੱਸਦਾ ਆ? ਵੈਸੇ ਤਾਂ ਬੱਚੇ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ ਕੁਆਂਟਾਈਜੇਸ਼ਨ ਆਫ ਚਾਰਜ ਦਾ, ਦੈਟ ਇਜ਼ Q ਇਜ਼ ਇਕੁਅਲਸ ਟੂ NE ਪਲੱਸ ਮਾਈਨਸ NE। ਇਹਦਾ ਮਤਲਬ ਮੈਗਨੀਟਿਊਡ ਆਫ ਚਾਰਜ ਹੈ, ਨੰਬਰ ਆਫ N ਕੀ ਹੈ? ਨੰਬਰ ਆਫ ਇਲੈਕਟ੍ਰॉन्स। E ਕੀ ਆ? ਚਾਰਜ ਔਨ ਇਲੈਕਟ੍ਰॉन, ਮਤਲਬ 1.6 × 10⁻⁻19। E ਮਤਲਬ ਇਲੈਕਟ੍ਰॉन्स, ਇਲੈਕਟ੍ਰॉन ਦੀ ਵੈਲਿਊ ਆ। ਚਾਰਜ ਬੱਚੇ Q ਆਹ ਆ, N ਨੰਬਰ ਆਫ ਇਲੈਕਟ੍ਰॉन्स, E ਜਿਹੜਾ ਇਲੈਕਟ੍ਰॉन ਦੀ ਵੈਲਿਊ ਆ। ਕਹਿੰਦੇ ਚਾਰਜ ਡਜ਼ ਨਾਟ ਐਗਜ਼ਿਸਟ, ਕਹਿੰਦੇ ਇਹਦੇ ਵਿੱਚ ਚਾਰਜ ਨਹੀਂ ਹੁੰਦਾ, ਜਦ ਕਿ ਚਾਰਜ ਹੁੰਦਾ ਆ, Q ਹੈ। ਚਾਰਜ ਐਗਜ਼ਿਸਟ ਔਨ ਪਾਰਟੀਕਲ, ਇੱਕ ਪਾਰਟੀਕਲ ਦੇ ਉੱਪਰ ਚਾਰਜ ਐਗਜ਼ਿਸਟ ਕਰਦਾ। ਇੱਕ ਪਾਰਟੀਕਲ ਦੇ ਉੱਪਰ ਨਹੀਂ ਬੱਚੇ, ਕਿਸੇ ਚਾਰਜ ਪਾਰਟੀਕਲ ਦੇ ਉੱਪਰ ਜਿਹੜਾ ਆ ਉਹਨਾਂ ਨੇ ਕਿਹਾ ਕਿ ਚਾਰਜ ਐਗਜ਼ਿਸਟ ਔਨ ਪਾਰਟੀਕਲ। ਬੱਚੇ ਉਹ ਪਾਰਟੀਕਲ ਹੋ ਸਕਦਾ, ਕੋਈ ਐਲੀਮੈਂਟ ਹੋ ਸਕਦਾ, ਕੋਈ ਸਬਸਟੈਂਸ ਹੋ ਸਕਦਾ, ਜ਼ਰੂਰੀ ਨਹੀਂ ਆ, ਠੀਕ ਹੈ। ਦੇਅਰ ਇਜ਼ ਅ ਮਿਨੀਮਮ ਪਰਮਿਸਿਬਲ ਮੈਗਨੀਟਿਊਡ ਆਫ ਚਾਰਜ। ਇੱਥੇ ਕੋਈ ਘੱਟੋ ਘੱਟ ਮੈਗਨੀਟਿਊਡ ਆਫ ਚਾਰਜ ਕੋਈ ਨਾ ਕੋਈ ਹੋਣਾ ਚਾਹੀਦਾ, ਮਤਲਬ N ਹੋਣਾ ਹੀ ਚਾਹੀਦਾ। ਤਾਂ ਜਿਹੜਾ C ਆ ਉਹ ਤੁਹਾਡਾ ਰਾਈਟ ਆਨਸਰ ਆ। ਚਾਰਜ ਕੈਨ ਨਾਟ ਬੀ ਕ੍ਰੀਏਟਿਡ, ਸੋ ਚਾਰਜ ਇਹਦੇ ਵਿੱਚ ਬੱਚੇ ਇਹ ਆਪਸ਼ਨ ਗਲਤ ਹੈ। ਨੈਕਸਟ ਆ ਦਾ ਨੰਬਰ ਆਫ ਇਲੈਕਟ੍ਰॉन ਕੰਸਿਸਟ ਇਨ 1 ਕੂਲਮ ਆਫ ਚਾਰਜ। ਇੱਕ ਕੂਲਮ ਆਫ ਚਾਰਜ ਦੇ ਵਿੱਚ ਕਿੰਨੇ ਨੰਬਰ ਆਫ ਇਲੈਕਟ੍ਰॉन्स ਹੁੰਦੇ ਆ? 6.2 × 10⁻18। ਬੱਚੇ ਆ ਹੁਣ ਮੈਨੂੰ ਡਾਇਰੈਕਟ ਯਾਦ ਸੀ ਤਾਂ ਮੈਂ ਆਨਸਰ ਦੱਸ ਦਿੱਤਾ, ਅਦਰਵਾਈਜ਼ ਇਹ ਸੋਲਵ ਕਿੱਦਾਂ ਕਰਨਾ? 1 / 1.6 × 10⁻19। ਅਦਰਵਾਈਜ਼ Q ਕਿਹਦੇ ਇਕੁਅਲ ਹੁੰਦਾ? NE। ਉਹਨਾਂ ਨੇ ਨੰਬਰ ਆਫ ਇਲੈਕਟ੍ਰॉन ਮਤਲਬ N ਕੱਢਣ ਲਈ ਕਿਹਾ, ਸੋ N ਕਿਹਦੇ ਇਕੁਅਲ ਆ ਗਿਆ? Q / E, ਠੀਕ ਹੈ। ਸੋ Q ਕਿੰਨਾ ਆ? ਚਾਰਜ ਕਿੰਨਾ ਅਸੀਂ ਲਿਖ ਦਿੱਤਾ? 1 ਕੂਲਮ ਆਫ ਚਾਰਜ, ਤਾਂ 1 ਡਿਵਾਈਡਡ ਬਾਈ E ਦੀ ਵੈਲਿਊ ਕਿੰਨੀ ਆ? 1.6 × 10⁻19। ਕਲੀਅਰ ਹੋ ਗਿਆ? ਜਦੋਂ ਬੱਚੇ ਇਹਨੂੰ ਸੋਲਵ ਕਰੂੰਗੇ ਤਾਂ ਆਏਗਾ 0.625 × 10⁻19 ਉੱਪਰ ਜਾਏਗਾ ਤਾਂ ਪਲੱਸ ਦੇ 19, ਇੱਕ ਪੁਆਇੰਟ ਸ਼ਿਫਟ ਕਰ ਦੇਣਾ ਤਾਂ 6.25 × 10⁻18। ਕਲੀਅਰ ਹੋ ਗਿਆ ਜੀ? ਸੋ ਇਹ ਆਪਸ਼ਨ ਇਜ਼ ਦਾ ਰਾਈਟ ਆਨਸਰ। ਨੈਕਸਟ ਆ ਚਾਰਜ ਔਨ ਅ ਪ੍ਰੋਟੋਨ ਇਜ਼। ਪ੍ਰੋਟੋਨ ਦੇ ਉੱਪਰ ਕਿੰਨਾ ਚਾਰਜ ਆ? ਬੱਚੇ ਆ ਬੇਸਿਕ ਗੱਲਾਂ ਹੁੰਦੀਆਂ ਆ। ਚਾਰਜ ਔਨ ਇਲੈਕਟ੍ਰॉन, ਚਾਰਜ ਔਨ ਪ੍ਰੋਟੋਨ, ਦੈਨ ਮਾਸ ਆਫ ਇਲੈਕਟ੍ਰॉन, ਮਾਸ ਆਫ ਪ੍ਰੋਟੋਨ, ਮਾਸ ਆਫ ਐਲਫਾ ਪਾਰਟੀਕਲ। ਇਹ ਬੇਸਿਕ ਚੀਜ਼ਾਂ ਆ, ਜ਼ਰੂਰੀ ਨਹੀਂ ਕਿ ਕਿਸੇ ਬੁੱਕ ਵਿੱਚ ਹੋਏਗਾ ਤਾਂ ਅਸੀਂ ਉਦੋਂ ਹੀ ਲਰਨ ਕਰਨੀਆਂ ਇਹ ਚੀਜ਼ਾਂ। ਸੋ ਇੱਦਾਂ ਦੀਆਂ ਜਿਹੜੀਆਂ ਵੈਲਿਊਜ਼ ਆ ਬੱਚੇ ਤੁਹਾਨੂੰ ਚੰਗੀ ਤਰੀਕੇ ਨਾਲ ਲਰਨ ਹੋਣੀਆਂ ਚਾਹੀਦੀਆਂ। ਸੋ ਚਾਰਜ ਔਨ ਪ੍ਰੋਟੋਨ ਕਿੰਨਾ ਆ? ਇਲੈਕਟ੍ਰॉन ਜਿਹੜਾ ਪ੍ਰੋਟੋਨ ਦੋਨਾਂ ਦੇ ਸੇਮ ਚਾਰਜ ਹੁੰਦਾ। ਇਲੈਕਟ੍ਰॉन ਤੇ ਨੈਗੇਟਿਵ ਚਾਰਜ ਹੁੰਦਾ ਔਰ ਪ੍ਰੋਟੋਨ ਤੇ ਪੋਜ਼ਿਟਿਵ। ਸੋ ਆਪਸ਼ਨ ਨੰਬਰ C ਆ ਜਾਏਗੀ 1.6 × 10⁻⁻19 ਕੂਲਮ। ਡਨ। ਨੈਕਸਟ 12th ਕੁਐਸਚਨ ਦੇਖੋ, ਵੈਨ ਦ ਡਿਸਟੈਂਸ ਬਿਟਵੀਨ ਦ ਟੂ ਚਾਰਜ ਪਾਰਟੀਕਲ ਇਜ਼ ਮੇਡ 1/4। ਹੁਣ ਬੱਚੇ ਤੁਹਾਨੂੰ ਫਾਰਮੂਲਾ ਪਤਾ ਕਿ 1/4πε0 ਇਜ਼ ਇਕੁਅਲ F ਕਿਹਦੇ ਇਕੁਅਲ ਹੁੰਦਾ ਆ? 1/4πε0 Q1 Q2 / R²। ਉਹਨਾਂ ਨੇ ਕਿਹਾ 1/4 ਆਫ ਦ ਫੋਰਸ B then become। ਅਗਰ ਅਸੀਂ ਜਿਹੜਾ ਆ ਉਹਨਾਂ ਦੇ ਵਿਚਕਾਰਲਾ ਡਿਸਟੈਂਸ ਨੂੰ 4 ਟਾਈਮਸ ਕਰ ਦਈਏ, ਇਹਦਾ ਮਤਲਬ R ਦੀ ਜਗ੍ਹਾ 'ਤੇ ਅਸੀਂ ਕੀ ਪੁੱਟ ਕਰਨ ਲੱਗੇ ਹਾਂ? 1/4। ਸੋ ਆ ਜਾਏਗਾ F ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ 1/4 R ਦਾ ਸਕੇਅਰ। ਸੋ 4 4s ਆ 16
आर स्क्वेयर, ਇਹਦਾ ਮਤਲਬ 16 टाइम्स हो जाऊगा। सो डी ऑप्शन इज़ द राइट आंसर। नैक्सट है इन कूलम्स लॉ चार्जिस मस्ट बी, कूलम्स लॉ ਦੇ ਵਿੱਚ ਜਿਹੜੇ ਚਾਰजेस ਆ ਉਹ ਕਿੱਦਾਂ ਦੇ ਹੋਣਗੇ, ਸਟੇਸ਼ਨਰੀ, ਸਟੇਸ਼ਨਰੀ ਮਤਲਬ ਇੱਕ ਪੁਆਇੰਟ ਤੇ ਖੜੇ ਹੋਣਗੇ। ਪੁਆਇੰਟ ਚਾਰਜ ਵੀ ਹੋ ਸਕਦਾ। ਬੱਚੇ ਕੂਲਮਸ ਚਾਰਜ ਦੇ ਵਿੱਚ ਕੀ ਹੁੰਦਾ, ਸਾਡੇ ਕੋਲ Q1 Q2 ਚਾਰਜ ਹੁੰਦੇ ਆ। ਸਟੇਸ਼ਨਰੀ ਮਤਲਬ ਰੈਸਟ ਤੇ ਪਏ ਆ, ਰੈਸਟ ਤੇ ਪਏ ਹੁੰਦੇ ਆ। ਪੁਆਇੰਟ ਚਾਰਜ ਮਤਲਬ ਬਹੁਤ ਜ਼ਿਆਦਾ ਛੋਟੇ ਛੋਟੇ ਚਾਰਜ ਹੁੰਦੇ ਆ, ਡੈਫੀਨੇਟਲੀ ਇਹ ਬਹੁਤ ਜ਼ਿਆਦਾ ਛੋਟੇ ਚਾਰजेस ਹੁੰਦੇ ਆ। ਸੋ ਬੋਥ A ਐਂਡ B ਆਰ ਕਰੈਕਟ ਆਂਸਰ। 14th ਕੁਐਸਚਨ ਦੇਖੋ, ਚਾਰਜ ਔਨ ਐਨ ਐਟਮ ਇਜ਼, ਇੱਕ ਐਟਮ ਦੇ ਉੱਪਰ ਕਿੰਨਾ ਚਾਰਜ ਹੁੰਦਾ ਆ, ਦੈਟ ਇਜ਼ 0 ਕੂਲਮ। ਨੈਕਸਟ ਆ ਦ ਵੈਲਿਊ ਆਫ ਪ੍ਰੋਪੋਰਸ਼ਨੈਲਿਟੀ ਕੌਂਸਟੈਂਟ ਇਨ ਕੂਲਮਸ ਲॉ। ਕੂਲਮਸ ਲॉ ਦੇ ਵਿੱਚ ਬੱਚੇ ਪ੍ਰੋਪੋਰਸ਼ਨੈਲਿਟੀ ਕੌਂਸਟੈਂਟ ਕੀ ਹੁੰਦਾ, 1/4 ਪਾਈ ਐਪਸਾਈਲਨ ਨॉट। ਠੀਕ ਹੈ ਜੀ, ਇਹ ਪੂਰੀ ਦੀ ਵੈਲਿਊ ਕਿੰਨੀ ਹੁੰਦੀ ਹੈ, 9 × 10⁻⁹। ਸੋ ਅਕੋਰਡਿੰਗ ਟੂ ਦਿਸ ਸਾਡਾ ਆਪਸ਼ਨ ਨੰਬਰ ਕਿੰਨਾ ਆ ਜਾਏਗਾ, C। ਨੈਕਸਟ ਆ ਕੂਲਮਸ ਲॉ ਡਰਾਈਵ ਫਰੋਮ ਵਿਚ ਲॉ, ਜਿਹੜਾ ਕੂਲਮਸ ਲॉ ਆ ਉਹ ਕਿੱਥੋਂ ਡਰਾਈਵ ਕੀਤਾ ਜਾਂਦਾ ਆ, ਗੌਸ ਲॉ ਤੋਂ। ਸੋ ਆਪਸ਼ਨ ਨੰਬਰ A ਆ ਜਾਏਗੀ 16th ਦੀ A ਆਪਸ਼ਨ। ਨੈਕਸਟ ਆ ਕੂਲਮਸ ਇਜ਼ ਅ ਯੂਨਿਟ ਆਫ, ਕੂਲਮ ਕਿਹਦੇ ਯੂਨਿਟ ਆ, ਚਾਰਜ ਦੇ। ਸੋ ਆਪਸ਼ਨ ਨੰਬਰ B। ਵਟ ਇਜ਼ ਦ ਸਿੰਬਲ ਆਫ ਅ ਸਰਫੇਸ ਚਾਰਜ ਡੈਂਸਿਟੀ, ਸਰਫੇਸ ਚਾਰਜ ਡੈਂਸਿਟੀ ਦੇ ਨੂੰ ਕਾਹਦੇ ਨਾਲ ਦੱਸਿਆ ਜਾਂਦਾ, ਸਿਗਮਾ ਦੇ ਨਾਲ। ਨੈਕਸਟ ਆ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਗਿਵਸ ਦ ਮੈਥਡ ਟੂ ਫਾਈਂਡ ਫੋਰਸ ਔਨ ਅ ਚਾਰਜ। ਸੋ ਇਹਦਾ ਆਂਸਰ ਕਿੰਨਾ ਆਏਗਾ ਬੱਚੇ, ਗਰੁੱਪ ਆਫ ਚਾਰजेस। ਸੋ ਗਰੁੱਪ ਆਫ ਚਾਰजेस ਨੂੰ ਜਿਹੜਾ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਆ, ਅਸੀਂ ਗਰੁੱਪ ਆਫ ਚਾਰਜ ਨੂੰ ਫਾਈਂਡ ਕਰਨ ਦੇ ਲਈ, ਉੱਥੇ ਫੋਰਸ ਫਾਈਂਡ ਆਊਟ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ। ਨੈਕਸਟ ਕੁਐਸਚਨ ਆ ਕੂਲਮਸ ਫੋਰਸ ਓਬੇ ਵਿਚ ਲॉ, ਕਿਹੜਾ ਲॉ ਆ ਜਿਹੜਾ ਕੂਲਮਸ ਫੋਰਸ ਜਿਹੜਾ ਆ ਓਬੇ ਕਰਦਾ, ਦੈਟ ਇਜ਼ ਨਿਊਟਨਸ ਲॉ। ਸੋ ਨਿਊਟਨਸ ਲॉ A ਆਪਸ਼ਨ ਹੈ, ਤਾਂ ਇੱਥੇ ਆਪਸ਼ਨ ਲਗਾ ਦਿਓ A। ਸੋ ਬੱਚੇ ਯੂਨੀਮੈਕਸ ਦੀ ਬੁੱਕ ਦੇ ਵਿੱਚ ਪਹਿਲਾ ਜਿਹੜੇ ਕੁਐਸਚਨ ਹੈ ਸਾਰੇ ਅੰਡਰਸਟੈਂਡਿੰਗ ਬੇਸਡ ਜਾਂ ਫਿਰ ਨੌਲੇਜ ਬੇਸਡ, ਮਤਲਬ ਨੌਲੇਜ ਬੇਸਡ ਬੇਸਿਕਲੀ ਆ, ਤਾਂ ਕਰਕੇ ਸਿੱਧੇ ਆ ਰਹੇ ਆ। ਨੈਕਸਟ ਜਦੋਂ 40-50 ਤੱਕ ਚੱਲ ਜਾਣਗੇ ਤਾਂ ਤੁਹਾਡੇ ਜਿਹੜੇ ਆ ਐਪਲੀਕੇਸ਼ਨ ਬੇਸਡ ਸਟਾਰਟ ਹੋ ਜਾਣਗੇ। ਫਿਲਹਾਲ ਜਿਹੜੇ ਆਪਣੇ ਸਿਰਫ ਜਿਹੜੇ ਚੱਲ ਰਹੇ MCQs ਚੱਲ ਰਹੇ ਆ ਨੌਲੇਜ ਬੇਸਡ ਆ। ਨੈਕਸਟ ਆ ਦ ਕਨਵੈਨਸ਼ਨਲ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ ਇਜ਼, ਕਨਵੈਨਸ਼ਨਲ ਡਾਇਰੈਕਸ਼ਨ ਕੀ ਹੁੰਦੀ ਆ, ਪੋਜ਼ਿਟਿਵ ਟੂ ਨੈਗੇਟਿਵ। ਸੋ ਆਂਸਰ ਆ ਜਾਏਗਾ ਪੋਜ਼ਿਟਿਵ ਟੂ ਨੈਗੇਟਿਵ। ਨੈਕਸਟ ਆ ਇਲੈਕਟ੍ਰਿਕ ਫੀਲਡ ਟਰਮੀਨੇਟ ਐਟ, ਇਲੈਕਟ੍ਰਿਕ ਫੀਲਡ ਕਿੱਥੇ ਜਾ ਕੇ ਜਿਹੜੀ ਟਰਮੀਨੇਟ ਹੋ ਜਾਂਦੀ ਆ, ਨੈਗੇਟਿਵ ਚਾਰਜ ਤੇ ਜਾ ਕੇ। ਟਰਮੀਨੇਟ ਦਾ ਮਤਲਬ ਹੁੰਦਾ ਜਿੱਥੇ ਜਾ ਕੇ ਖਤਮ ਹੋ ਜਾਂਦੀ, ਕਿਉਂਕਿ ਪੋਜ਼ਿਟਿਵ ਤੋਂ ਸਟਾਰਟ ਹੁੰਦੀ ਆ, ਖਤਮ ਕਿੱਥੇ ਹੁੰਦੀ ਆ, ਨੈਗੇਟਿਵ ਤੇ। ਨੈਕਸਟ ਆ which among of the following is the field where electric field at rest experience of force, ਕੋਈ ਇੱਦਾਂ ਦਾ ਫੀਲਡ ਦੱਸੋ ਜਿੱਥੇ ਇਲੈਕਟ੍ਰਿਕ ਫੀਲਡ ਰੈਸਟ ਤੇ ਹੋਵੇ ਤਾਂ ਪਰ ਫਿਰ ਵੀ ਉਹ ਫੋਰਸ ਐਕਸਪੀਰੀਅੰਸ ਕਰਦੀ ਹੋਵੇ, ਦੈਟ ਇਜ਼ ਇਲੈਕਟ੍ਰਿਕ ਫੀਲਡ। ਅਗਰ ਕੋਈ ਚਾਰਜ ਪਾਰਟੀਕਲ ਰੈਸਟ ਤੇ ਪਿਆ ਤਾਂ ਉਹਦੇ ਆਲੇ ਦੁਆਲੇ ਤਦ ਵੀ ਕੀ ਹੋਏਗੀ, ਇਲੈਕਟ੍ਰਿਕ ਫੀਲਡ ਹੋਏਗੀ। ਅਗਰ ਇਲੈਕਟ੍ਰਿਕ ਫੀਲਡ ਇਹਦੇ ਕੋਲ ਕੋਈ ਹੋਰ ਚਾਰਜ ਪਾਰਟੀਕਲ ਲੈ ਕੇ ਜਾਵਾਂਗੇ ਤਾਂ ਉਹ ਅਟਰੈਕਟ ਜਾਂ ਫਿਰ ਰਿਪੈਲ ਕਰੇਗਾ। ਮੈਗਨੈਟਿਕ ਫੀਲਡ ਹਮੇਸ਼ਾ ਮੂਵਿੰਗ 'ਚ ਹੁੰਦਾ। ਗ੍ਰੈਵੀਟੇਸ਼ਨਲ ਫੋਰਸ ਦੇ ਲਈ ਸਾਨੂੰ ਮਾਸਿਸ ਚਾਹੀਦੇ ਆ, ਆਲ ਆਫ ਅਬਵ ਹੋ ਨਹੀਂ ਸਕਦੇ। ਠੀਕ ਹੈ ਜੀ, ਕਲੀਅਰ ਹੋ ਗਿਆ। ਸੋ ਇਲੈਕਟ੍ਰਿਕ ਫੀਲਡ ਇਜ਼ ਦਾ ਰਾਈਟ ਆਂਸਰ। ਨੈਕਸਟ ਵਿਚ ਅਮੰਗ ਆਫ ਦਾ ਫੋਲੋਇੰਗ ਇਜ਼ ਦਾ ਕਰੈਕਟ, ਸੋ ਇਹਨਾਂ ਵਿੱਚੋਂ ਕਿਹੜੀ ਜਿਹੜੀ ਆ ਕਰੈਕਟ ਸਟੇਟਮੈਂਟ ਆ। ਸੋ ਬੱਚੇ 24th ਦਾ ਆ ਜਾਏਗਾ C। ਠੀਕ ਹੈ ਜੀ, ਸੋ ਇਲੈਕਟ੍ਰਿਕ ਫੀਲਡ ਕਿਹਦੇ ਹੁੰਦੀ ਆ, ਫੋਰਸ ਡਿਵਾਈਡਡ ਬਾਈ ਚਾਰਜ। ਸੋ ਚਾਰਜ ਇੱਥੇ ਇਹਨਾਂ ਨੇ Q ਲਿੱਤਾ ਹੋਇਆ ਤਾਂ ਕੈਪੀਟਲ Q ਲੈ ਲਓ। ਨੈਕਸਟ ਆ ਵਿਚ ਕੈਨ ਬੀ, ਵਟ ਕੈਨ ਬੀ ਨੇਚਰ ਆਫ ਚਾਰਜ Q1 ਐਂਡ Q2। ਹੁਣ ਧਿਆਨ ਨਾਲ ਦੇਖੋ ਬੱਚੇ, ਸਾਡੇ ਇੱਥੇ ਦੋ ਚਾਰजेस ਦਿੱਤੇ ਆ। ਇਹਦਾ ਮਤਲਬ ਜਿਹੜੀਆਂ ਇਲੈਕਟ੍ਰਿਕ ਫੀਲਡ ਲਾਈਨਸ ਆ ਉਹਦੇ ਅੰਦਰ ਆ ਰਹੀਆਂ। ਸਾਨੂੰ ਪਤਾ ਅਗਰ ਪੋਜ਼ਿਟਿਵ ਆ ਤਾਂ ਪੋਜ਼ਿਟਿਵ ਦੇ ਵਿੱਚ ਕੀ ਹੋਏਗਾ, ਅੰਦਰ ਵਾਲੇ ਪਾਸੇ ਆਏਗਾ। ਅਗਰ ਬਾਹਰ ਵਾਲੇ ਪਾਸੇ ਆਏਗਾ। ਠੀਕ ਹੈ, ਬਾਹਰ ਵਾਲੇ ਪਾਸੇ ਜਾਏਗਾ। ਅਗਰ ਨੈਗੇਟਿਵ ਆ ਤਾਂ ਅੰਦਰ ਵਾਲੇ ਪਾਸੇ ਇਲੈਕਟ੍ਰਿਕ ਫੀਲਡ ਲਾਈਨਸ ਆਉਣਗੀਆਂ। ਮਤਲਬ ਅੰਦਰ ਜਾ ਰਹੀਆਂ ਤਾਂ ਨੈਗੇਟਿਵ ਆ, ਬਾਹਰ ਜਾ ਰਹੀਆਂ ਤਾਂ ਪੋਜ਼ਿਟਿਵ ਆ। ਹੁਣ ਦੇਖੋ ਇਲੈਕਟ੍ਰਿਕ ਫੀਲਡ ਲਾਈਨਸ ਅੰਦਰ ਨੂੰ ਆ ਰਿਹਾ, ਇਹਦਾ ਮਤਲਬ ਇੱਥੇ ਨੈਗੇਟਿਵ ਚਾਰਜ ਆ। ਸਿਮਿਲਰਲੀ ਇੱਧਰ ਵੀ ਨੈਗੇਟਿਵ ਚਾਰਜ ਆ। ਸੋ ਦੋਨੋਂ ਚਾਰजेस ਕਿੱਦਾਂ ਦੇ ਆ, ਬੋਥ ਨੈਗੇਟਿਵ ਬੋਥ ਪੋਜ਼ਿਟਿਵ। Q1 ਇਜ਼ ਨੈਗੇਟਿਵ ਐਂਡ Q2 ਇਜ਼ ਪੋਜ਼ਿਟਿਵ। ਸੋ ਹੁਣ ਤੁਹਾਨੂੰ ਬੱਚੇ ਪਤਾ ਲੱਗ ਹੀ ਰਿਹਾ 25th ਦਾ ਕੀ ਆਂਸਰ ਆ ਜਾਏਗਾ, A, ਬੋਥ ਨੈਗੇਟਿਵ। ਕਲੀਅਰ ਹੋ ਗਿਆ। ਨੈਕਸਟ ਆ ਜਾਓ ਦ ਇਲੈਕਟ੍ਰਿਕ ਨਿਊਟਰਲ ਪੁਆਇੰਟ ਦ ਲਾਈਨਸ ਆਫ ਫੋਰਸਿਸ ਆਰ। ਸੋ ਕਿੱਦਾਂ ਦੀਆਂ ਫੋਰਸਿਸ ਹੁੰਦੀਆਂ ਆ, ਦ ਇਲੈਕਟ੍ਰਿਕ ਨਿਊਟਰਲ ਪੁਆਇੰਟ। ਅਗਰ ਨਿਊਟਰਲ ਪੁਆਇੰਟ ਆ, ਨਾ ਉੱਤੇ ਪੋਜ਼ਿਟਿਵ ਚਾਰਜ ਆ ਨਾ ਉੱਤੇ ਨੈਗੇਟਿਵ ਚਾਰਜ ਆ, ਸੋ ਫੋਰਸ ਆਫ ਲਾਈਨਸ ਹੋਣਗੀਆਂ ਹੀ ਨਹੀਂ। ਸੋ ਆਂਸਰ ਇਜ਼ ਐਬਸੈਂਟ। ਸੋ ਕੋਈ ਵੀ ਇਹਦਾ ਆਂਸਰ ਨਹੀਂ ਹੋਏਗਾ। ਨੈਕਸਟ ਆ ਦ ਸਿਸਟਮ ਆਫ ਟੂ ਇਕੁਅਲ ਐਂਡ ਆਪੋਜ਼ਿਟ ਚਾਰजेस ਇਜ਼ ਸੈਪਰੇਟਡ ਬਾਈ ਅ ਸਮਾਲ ਡਿਸਟੈਂਸ D। ਅਸੀਂ ਕੋਈ ਸਮਾਲ ਡਿਸਟੈਂਸ ਲੈ ਲਈ D, ਅਦਰਵਾਈਜ਼ ਅਸੀਂ ਲੈਂਦੇ ਹਾਂ 2L।
ਹੁਣ 2L ਦੀ ਜਗ੍ਹਾ ਤੇ ਉਹਨਾਂ ਨੇ ਸਾਨੂੰ ਗਿਵਨ ਆ ਕਿ D ਹੀ ਲੈਣਾ ਤੇ ਡਾਈਪੋਲ ਮੂਮੈਂਟ ਕਿੰਨਾ ਆ P। ਸੋ ਬੱਚੇ P ਦਾ ਫਾਰਮੂਲਾ ਕੀ ਹੁੰਦਾ ਆਈਦਰ ਚਾਰਜ ਇਨਟੂ ਪਰਪੈਂਡੀਕੂਲਰ ਡਿਸਟੈਂਸ। ਆਈਦਰ ਚਾਰਜ ਮਤਲਬ Q, ਪਰਪੈਂਡੀਕੂਲਰ ਡਿਸਟੈਂਸ ਮਤਲਬ D, ਤਾਂ ਆਂਸਰ ਕਿੰਨਾ ਆ ਗਿਆ QD। ਸੋ C ਆਪਸ਼ਨ ਇਜ਼ ਦਾ ਰਾਈਟ ਆਂਸਰ। ਨੈਕਸਟ ਆ ਜਾਓ डायरेक्शन ऑफ डाइपोल मूवमेंट। आ इंपॉर्टेंट क्वेश्चन आ बच्चे। डाइपोल मूवमेंट की डायरेक्शन हमेशा नैगेटिव टू पॉजिटिव होंदी आ। सो बच्चे ऑलवेज कन्फ्यूज रहंदे आ। इलैक्ट्रिक फील्ड पॉजिटिव टू नैगेटिव आ, बट डाइपोल की अगर देखा जाए तो नैगेटिव टू पॉजिटिव आ। नैक्सट आ द यूनिट ऑफ डाइपोल मूवमेंट इज, तो यूनिट ऑफ डाइपोल मूवमेंट देखना बच्चे डाइपोल मूवमेंट किहदे इक्वल हुंदा आ आइदर चार्ज इंटू परपेंडिकुलर डिस्टेंस। चार्ज मतलब कूलम, परपेंडिकुलर डिस्टेंस मतलब मीटर, कूलम मीटर। सो ए ऑप्शन इज द right answer. Next question are when an electric dipole placed in a uniform external electric field parallel to field, अगर असी कोई external electric field नू dipole दे parallel रख दईए it experience ਤਾਂ ਉਹ ਕਿੱਦਾਂ ਦਾ ਜਿਹੜਾ ਆ force experience ਕਰੇਗਾ। Number 1 is torque but not force. Torque experience करेगा but force अ टॉर्क बट नॉट फोर्स, फोर्स ਨੂੰ एक्सपीरियंस नहीं करेगा। अ फोर्स बट नो टॉर्क, एक फोर्स ਨੂੰ एक्सपीरियंस करेगा बट टॉर्क नहीं होएगा। अ टॉर्क एज वैल एज फोर्स दोनों ਨੂੰ एक्सपीरियंस करेगा। नाइदर फोर्स नॉट टॉर्क, दोनों चों कुछ भी नहीं होएगा। पहला तो बच्चे डायग्राम ना समझते हैं। उन्होंने क्या एन इलैक्ट्रिक डाइपोल, सब तो पहला तो असी एक इलैक्ट्रिक डाइपोल ले लिया इस तरीके ना, ठीक है। उन्होंने क्या इन यूनीफॉर्म एक्सटर्नल फील्ड इस तरह ना एक्सटर्नल फील्ड दे विच असी रख दिता। अगर इस डायरैक्शन दे विच पैरलल आ, ठीक है, आ अगर पैरलल दी कंडीशन आ तो इत्थे कोई भी फोर्स कोई भी टॉर्क नहीं लगेगा। क्लियर हो गया। सो नाइदर फोर्स नॉर टॉर्क। नेक्स्ट क्वेश्चन देखो द डायरेक्शन ऑफ इलैक्ट्रिक फील्ड ड्यू टू इलैक्ट्रिक डाइपोल अ पॉइंट ऑन इट्स एक्सियल लाइन इज। ਹੁਣ ਧਿਆਨ ਨਾਲ ਬੱਚੇ ਦੇਖੋ ਕਹਿੰਦੇ डायरेक्शन ऑफ इलैक्ट्रिक फील्ड, ਅਸੀਂ डायरेक्शन ऑफ इलैक्ट्रिक फील्ड पता करनी आ ड्यू टू एन इलैक्ट्रिक डाइपोल। एक इलैक्ट्रिक डाइपोल ਦੇ ਕਰਕੇ अगर ਉਹਨੂੰ ਇੱਕ एक्सियल लाइन ਦੇ ਉੱਪਰ ਅਸੀਂ ਰੱਖ ਦਈਏ। सो आप एक एक करके ऑप्शनस पढ़ते हैं। सेम एज दैट ऑफ इलैक्ट्रिक डाइपोल मूवमेंट उन्ना ही होएगा जिन्ना इलैक्ट्रिक डाइपोल मूवमेंट का होएगा। जीरो वो दोनों जीरो होंगे क्योंकि उन्होंने फील्ड पूछी बच्चे ना तो डाइपोल ने फील्ड छड्डनी आ ना ही एक्सियल लाइन की। सो जिधर नूं इलैक्ट्रिक फील्ड होएगी उधर नूं ही तुहाडे डाइपोल की डायरेक्शन होएगी जे अगर सेम वो रख दी जाए। सो सेम फील्ड दे विच होएगी। सो आंसर इज ए। नैक्सट आ डिफरेंट होएगी, नन ऑफ दिस हो नहीं सकती। सो दोनों सेम दे विच होएगा। नैक्सट आ द नैट फोर्स एक्टिंग ऑन अ डाइपोल इन अ यूनीफॉर्म इलैक्ट्रिक फील्ड इज। द नैट फोर्स, जोड़ा नैट फोर्स अगर असी इलैक्ट्रिक डाइपोल की गल करिए सानू पता असी डाइपोल वाला इस तरीके का आर्टिकल किया होया कि आ थोड़ी इलैक्ट्रिक फील्ड आ। अगर एक फोर्स बच्चे इत्थे लग रहा क्यू ई और एक फोर्स इधर लग रही है माइनस क्यू ई। अगर असी नैट फोर्स देखिए तो असी दोनों नू ऐड कर दिंने जो ऐड करते हैं तो एक प्लस आ एक माइनस आ तो दोनों की हो जाते हैं कट्टे जाते हैं तो नैट फोर्स कितना हो जाता जीरो। सो ऑलवेज जीरो होएगा। नेक्स्ट आ the potential energy of a dipole has been chosen zero when angle made by the dipole moment and electric field is। कहते potential energy of the dipole जिहड़ी आ वो zero हो जाती आ अगर असी एंगल कितना रखांगे। जो बच्चे उन्होंने विचकार ला एंगल 90 डिग्री होएगा क्योंकि उत्थे की बनता है cos 90 डिग्री। तुसी तुहानू याद होएगा PE sin थीटा, फॉर्मूला याद आ PE sin थीटा। अगर असी कॉस थीटा, ठीक है, PE कॉस थीटा। सो अगर असी पुट कर दिन्ने इत्थे कॉस थीटा की वैल्यू 90 डिग्री, कॉस 90 के इक्वल हुंदा जीरो, तो आंसर कितना आ जाएगा जीरो नू PE ना मल्टीप्लाई किया तो जीरो। यदा मतलब थोड़ी पोटेंशियल एनर्जी ऑफ द डाइपोल जीरो कदों होएगी जो तुसी एंगल 90 डिग्री का चूज करोगे। सो ऑप्शन नंबर बी इज़ द राइट आंसर। नैक्सट देखो द डाइपोल इज़ सैट टू बी इन स्टेबल इक्विलिब्रियम। स्टेबल इक्विलिब्रियम कदों होएगा जो सेम डायरैक्शन दे विच तुसी डाइपोल नू रख दोगे। सो बच्चे आ सारे डाइपोल दे क्वेश्चनस आ। डाइपोल दे विचों नॉलेज बेस्ड ते अंडरस्टैंडिंग बेस्ड जिहड़े क्वेश्चन आ वो आ सकते हैं। सो इन्हों ध्यान ना कर लेना स्टेबल कदों हुंदी आ अनस्टेबल कदों हुंदी आ। बच्चे तुहाडी बुक दे विच एक डायग्राम बनी होएगी कि इस तरीके नाल इलैक्ट्रिक फील्ड आ अगर डाइपोल नू इदां रखदे आ तां की होएगा, अगर डाइपोल नू इस तरीके नाल रखते हैं उदों की होएगा, अगर डाइपोल नू
इस तरीके नाल रखदे आ तां की होएगा। आ 3 स्टेट्स जिहड़ियां आ ध्यान नाल पढ़ लेना। इत्थे ही एंगल्स दस्से जांदे आ कि एंगल किन्ना आ, पैरेलल आ, परपेंडिकुलर आ, कि टॉर्क कदों लग रहा, फोर्स कदों लग रही है, स्टेबल कदों आ, अनस्टेबल कदों आ। सारे कॉन्सैप्ट इन्हां ही चीज़ां तो क्लीयर हो जाएगा तुहाडा। क्लीयर हो गया। अगर आ 3 चीज़ां बच्चे बहुत केयरफुली तुसीं रीड आउट कर लियां, जिन्ने भी आपां क्वेश्चन हुण कीते आ 30 तो लैके 35 तक बच्चे सारे कवर हो जाणगे तुहाडे। क्लीयर हो गया। नैक्सट आ जाओ। अगर बच्चे तुसी ये वीडियोज़ नहीं देखियां या तुसी अपने क्लास टीचर तो कभी नहीं ये चीज़ां पढ़ियां ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾਣਾ, +2 ਕਲਾਸ ਯੂਨਿਟ ਨੰਬਰ 1 ਦੇ ਵਿੱਚ ਜਾਣਾ ਤਾਂ ਤੁਹਾਨੂੰ ਸਾਰੀਆਂ ਜਿਹੜੀਆਂ ਆ ਇਹ ਵੀਡੀਓਜ਼ ਮਿਲ ਜਾਣਗੀਆਂ। ਤਾਂ ਪ੍ਰੋਪਰਲੀ ਐਕਸਪਲੇਨ ਕੀਤਾ ਹੋਇਆ ਸਟੇਬਲ ਅਨਸਟੇਬਲ ਸਟੇਟ ਕੀ ਹੁੰਦੀ ਆ, ਐਂਗਲ 0 180 ਕਦੋਂ ਹੁੰਦਾ ਆ ਜਾਂ ਕਿੱਦਾਂ ਹੁੰਦਾ ਆ। ਠੀਕ ਹੈ ਜੀ। ਨੈਕਸਟ ਚੱਲਦੇ ਆ 35 ਤੇ। ਦ ਡਾਈਪੋਲ ਇਜ਼ ਸੈਟ ਟੂ ਬੀ ਇਨ ਅਨਸਟੇਬਲ ਸਟੇਟ। ਹੁਣ ਅਨਸਟੇਬਲ ਸਟੇਟ ਕਦੋਂ ਹੋਏਗਾ? ਜਦੋਂ opposite to the direction of field ਹੋਏਗੀ। ਸੋ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। 36 क्वेश्चन देखो। यूनिट ऑफ इलैक्ट्रिक फ्लक्स इज, इलैक्ट्रिक फ्लक्स के जो यूनिट होंगे दैट इज न्यूटन पर कूलम मीटर स्क्वेयर। सो ऑप्शन नंबर ए इज द राइट आंसर। नैक्सट है इलैक्ट्रिक फ्लक्स इज मिनिमम। इलैक्ट्रिक फ्लक्स कहते मिनिमम होएगा जो एंगल बिटवीन द इलैक्ट्रिक फील्ड एंड एरिया वैक्टर। इलैक्ट्रिक फील्ड ते एरिया वैक्टर दे विचकार कितना एंगल होएगा कि तुहाडा फ्लक्स जिहड़ा आ वो घट्टो घट्ट होवे। दैट इज बच्चे 0 मिनिमम हुंदा, 1 मैक्सीमम हुंदा। सो डॉट प्रोडक्ट हटावांगे तो साडे को की आ जाएगा कॉस थीटा। कॉस थीटा की वैल्यू अगर असी 1 लैके आने आ, कॉस अगर 1 लैके आने तो मैक्सीमम हो जाएगी। उन्होंने मिनिमम क्या, ये मतलब सानू कॉस 0 की वैल्यू, कॉस थीटा की वैल्यू 0 चाहिए है। तां ही जिहड़ा है 0 नूं इन्ना मल्टीप्लाई करांगे तो फाई दा आंसर 0 आएगा। इहदा मतलब कॉस थीटा 0 कदों होएगा जदों असी 90 डिग्री का एंगल लवांगे। कॉस 90 की वैल्यू किहदे इक्वल हुंदी आ? 0। कॉस 90 डिग्री के इक्वल हुंदा 0। ਇਹਦਾ मतलब थीटा ਤੁਹਾਡਾ कितना होएगा? 90 डिग्री। सो ऑप्शन नंबर बी इज द राइट आंसर। डन। नेक्स्ट आ जाओ। इलैक्ट्रिक फ्लक्स थ्रू अ क्लोज्ड सर्फेस अकॉर्डिंग टू द गॉस थ्योरम। अकॉर्डिंग टू गॉस थ्योरम Q इज इक्वल टू एप्सिलॉन नॉट हुंदा, फाई इज इक्वल टू Q ओवर एप्सिलॉन नॉट। सो ऑप्शन नंबर सी जिहड़ी है दैट इज द राइट आंसर। बच्चे नेक्स्ट क्वेश्चन देखो। क्वेश्चन नंबर 39। इज द इट सेफ टू बी इनसाइड अ कार ड्यूरिंग अ थंडरस्टॉर्म। अगर थंडरस्टॉर्म आ मतलब कि बिजली चमक रही है तो इनसाइड अ कार की कार में बैठना सेफ रहेगा? बिल्कुल सेफ रहेगा। सो येस इट इज़ अ सेफ, क्योंकि जी कार है बच्चे थोड़ी वो इलैक्ट्रोस्टैटिक शील्डिंग की तरह एक्ट करेगी, जिहदी वजह नाल तुहानूं जिहड़ा करंट आ बिजली का झटका नहीं लगेगा। सो आंसर इज येस। सो ऑप्शन नंबर बी इज़ अ राइट। नैक्सट है बच्चे इलैक्ट्रिक फ्लक्स थ्रू अ सरफेस इज गिवन वाई। सो यदा बच्चे तुहानूं पता ही होएगा कि जिहड़ा फाई है दैट इज ई वैक्टर डॉट एस वैक्टर या डी एस वैक्टर। सो असी आप अपनी बुक दे विच पढ़ चुके हैं। सो ई वैक्टर डॉट एस वैक्टर। द इलैक्ट्रिक फील्ड ड्यू टू अ इनफाइनाइटली प्लेन शीट ऑफ चार्ज डेंसिटी इज सिग्मा डिवाइडेड बाय 2 एप्सिलॉन नॉट। द इलैक्ट्रिक फील्ड ड्यू टू अ लाइन चार्ज फॉल्स ऑफ विद डिस्टेंस एज। सो किन्नी डिस्टेंस दे नाल जिहड़ी आ इलैक्ट्रिक फील्ड लाइन ऑफ फॉल कर दी दैट इज 1 ओवर आर। नेक्स्ट रेशियो ऑफ परमिटिविटी ऑफ अ मीडियम टू द परमिटिविटी ऑफ अ फ्री स्पेस इज डाइलेक्ट्रिक कांस्टेंट इज नोन एज अ डाइलेक्ट्रिक कांस्टेंट। नेक्स्ट द रेशियो ऑफ इलैक्ट्रिक फील्ड ड्यू टू एन इलैक्ट्रिक डाइपोल एट अ पॉइंट एट अ डिस्टेंस आर अलोंग द एक्सियल लाइन एंड अलोंग इट्स इक्वेटोरियल लाइन। सो बच्चे एक्सियल और इक्वेटोरियल लाइन दोनों का पहला रिजल्ट लिख लो, फिर उन्होंने डिवाइड कर दो तो साडा रेशियो दे विच आंसर आ जाएगा। सो सॉल्व करके देखते हैं। सो देखो सब तो पहला असी एक्सियल लाइन का फॉर्मूला लिख दिता दैट इज ई इज इक्वल टू 1 ओवर 4 पाई एप्सिलॉन नॉट 2p डिवाइडेड बाय आर क्यूब। सिमिलरली बच्चे इक्वेटोरियल का लाइन का लिख दिता, दोनों डिवाइड किया। जो डिवाइड करांगे आ सारी टर्म ना कट्टी गई, बच्चे इतने 2 एक्सट्रा आया। सो ई एक्सियल डिवाइडेड बाय ई इक्वेटोरियल इज इक्वल्स टू 2। इक्वेटोरियल नूं दूसरी तरफ लै जाओ, ये सिंपल लिख दो डिवाइडेड बाय 1। सो 2:1 जिहड़ा आ तुहाडा फाइनल आंसर आ जाएगा। सो ऑप्शन नंबर देखते हैं। सो ऑप्शन नंबर बी जिहड़ी आ तुहाडी राइट आंसर आ जाएगी। नैक्सट है इलैक्ट्रिक चार्ज ऑन एन सिस्टम इज ऑलवेज। हमेशा जिहड़ा आ सिस्टम के उपर किद्दां दा होएगा? चार्ज क्यू बच्चे किहदे इक्वल हुंदा है? एन ई दे। सो दिस इज़ द इंटैग्रल मल्टीपल ऑफ मिनिमम चार्ज
किहदे इक्वल आ इंटेग्रल मल्टीपल ऑफ मिनिमम चार्ज मतलब कि डी ऑप्शन इज़ द राइट आंसर। नैक्सट देखो वर्क डन बाय द कंजरवेशन फोर्स इज़ इंडिपेंडेंट ऑफ जिहड़ा वर्क डन आ वो किहदे इंडिपेंडेंट हुंदा आ दैट इज़ पाथ इंडिपेंडेंट हुंदा। सो 46 का बच्चे ए आंसर आ जाएगा। नैक्सट आ जाओ 47th वर्क डन पर यूनिट टेस्ट चार्ज टू ब्रिंग अ चार्ज फ्रॉम वन पॉइंट टू द अनदर पॉइंट। सो अगर एक पॉइंट तो दूसरे पॉइंट तक असी किसी नू चार्ज नू लैके जाइए तो उस वर्क डन नू इलैक्ट्रोस्टैटिक पोटेंशियल डिफरेंस किया जाता है। सो बी इज़ द राइट आंसर। नैक्सट आ वी बी माइनस वी ए इज इक्वल्स टू माइनस क्लोज्ड सिंपल इंटैग्रल ए टू बी इज इक्वल्स टू ई डॉट डी एल किहड़ी चीज़ नू रिप्रजेंट कर रही है। सो ये बच्चे वर्क डन नू रिप्रजेंट कर रही है कित्थों कित्थे तक ए तो लैके बी तक। सो वर्क डन पर यूनिट चार्ज फ्रॉम ए टू बी। सो ए टू बी मतलब कि फर्स्ट ऑप्शन इज़ द राइट आंसर। नैक्सट क्वेश्चन देखते हैं। सो बच्चे क्वेश्चन आ इफ 500 जूल ऑफ वर्क इज़ टू बी डन मतलब थानू वर्क डन गिवन आ 500 जूल। सो W कितना गिवन आ 500 जूल इज़ टू बी डन टू मूविंग अ चार्ज मतलब Q गिवन आ थानू 10 कूलम फ्रॉम वन पॉइंट टू द अनदर पॉइंट एट पोटेंशियल इज़ 20 वोल्ट मतलब कि VA थानू गिवन आ अनदर प्लेस मतलब VB असी पता करना है वेयर पोटेंशियल इज़ वोल्ट फाइंड द वैल्यू ऑफ एक्स। सो बच्चे इत्थे साइड ते एक्स लिखिया होया इहदा मतलब वी जिहड़ा तुसी वी बी आ उहदी जगह ते तुसी की यूज़ करना है एक्स यूज़ करना। सो फॉर्मूला की हुंदा वी बी माइनस वी ए इज़ इक्वल्स टू वर्क डन ओवर चार्ज। सो वर्क डन डिवाइडेड बाय चार्ज वी बी की जगह ते की यूज़ करना एक्स वी ए सानू गिवन है 20 वर्क डन तुहाडा कितना लग्या 500 जूल एंड चार्ज इज़ 10। सो 0 ना 0 कैंसिल हो गया। सो एक्स इज़ इक्वल्स टू 50 20 उधर जाएगा तो प्लस 20 तो आ गया साढ़े को 70 वोल्ट इज़ द फाइनल आंसर। सो सी ऑप्शन इज़ द राइट आंसर। नैक्सट आ SI यूनिट ऑफ इलैक्ट्रिक पोटेंशियल इज़। सो SI यूनिट बच्चे इलैक्ट्रिक पोटेंशियल का की हुंदा है जाउल पर कूलम। सो बी ऑप्शन इज़ द राइट। सो बी ऑप्शन इज़ द राइट आंसर। 51st देखो इलैक्ट्रिक पोटेंशियल इज़ अ स्केलर क्वांटिटी 1 वोल्ट इज़ इक्विवेलेंट टू 1 वोल्ट किहदे इक्विवेलेंट हुंदा है जाउल पर कूलम दे। सो ऑप्शन नंबर सी। 53 ते आ जाओ इलैक्ट्रिक पोटेंशियल ड्यू टू एन इलैक्ट्रिक डाइपोल एट अ पॉइंट ऑन अ इक्वेटोरियल लाइन इज़ ऑलवेज किद्दां दा हुंदा आ इनफाइनाइट। सो इनफिनिटी लिखिया होया सो सी ऑप्शन आ जाएगी। नैक्सट 54th देखो इलैक्ट्रिक पोटेंशियल एट एवरी पॉइंट ऑफ विच द इलैक्ट्रिक पोटेंशियल इज सेम कोई इदां दी सरफेस कहते द सरफेस एट विच एवरी पॉइंट द इलैक्ट्रिक पोटेंशियल इज सेम उन्होंने असी की कहने आ इक्विपोटेंशियल सरफेस या फिर इलैक्ट्रिक फील्ड बोथ नन कोई इदां दी सरफेस बच्चे जिथे हर थां ते इलैक्ट्रिक पोटेंशियल सेम होवे उन्होंने असी इक्विपोटेंशियल सरफेस कहने आ। वट इज़ द नेचर ऑफ इक्विपोटेंशियल सरफेस इन केस ऑफ अ पॉजिटिव चार्ज अगर असी पॉजिटिव चार्ज ले लीए तो इक्विपोटेंशियल सरफेस किद्दां दी होएगी। सो सब तो पहला तो असी की कीता एक पॉजिटिव चार्ज ले लिया आ पॉजिटिव चार्ज आ पॉजिटिव चार्ज की करदा ऑलवेज बाहर वाले पासे नूं हुंदा अगर इदां दा देखिया जाए तो इहदी जिहड़ी शेप आ ओह किद्दां दी बनदी है सफेरिकल। सो बी ऑप्शन इज़ द राइट आंसर। नैक्सट आ वट इज़ द नेचर ऑफ इक्विपोटेंशियल सरफेस ड्यू टू अ पॉइंट चार्ज अगर असी पॉइंट चार्ज ले लैंदे आ फिर की होएगा सिचुएटेड एट अ इनफिनिटी जो इनफिनिटी ते रखा होएगा तां भी बच्चे उन्हें सफेरिकल ही जिहड़ा आ सॉरी अगर आप इनफिनिटी ते रखा होएगा अगर इनफिनिटी ते बहुत सारे चार्जिस आ गए जिद्दां हुण बच्चे सूरज आ सूरज तो सफेरिकल रेज निकलदियां आंदी धरती तक आंदे आंदे की हो जांदियां प्लेन सरफेस बन जाती है मतलब कि हर जगह ते सेम हो जाती है। सो प्लेन हो जाती है। सो ऑप्शन नंबर ए इज़ प्लेन। अगर सरफेस के बिल्कुल नेड़े लिता जाए सोर्स के बिल्कुल नेड़े लिता जाए तो सफेरिकल होएगा अगर वो तो काफ़ी दूर लिता जाए तो वह प्लेन हो जाता है। डन। नैक्सट है इलैक्ट्रिक फील्ड इज़ स्टेप इन अ डायरेक्शन इन विच द पोटेंशियल। सो इसका आंसर बच्चे आएगा डी ऑप्शन दैट इज़ डिक्रीज। नैक्सट आ वट इज़ द डायरेक्शन ऑफ इलैक्ट्रिक फील्ड विद रिस्पैक्ट टू द इक्विपोटेंशियल सरफेस। सो दी डायरेक्शन किधर नूं होएगी नॉर्मल टू द इक्विपोटेंशियल सरफेस। सो वट इज़ द डायरेक्शन ऑफ इलैक्ट्रिक फील्ड विद रिस्पैक्ट टू द इक्विपोटेंशियल सरफेस अगर इक्विपोटेंशियल सरफेस लैने तो वो बिल्कुल परपेंडिकुलर होएगा परपेंडिकुलर मतलब
नॉर्मल होएगा। बच्चे नेक्स्ट क्वेश्चन देखो, इन ब्रिंगिंग एन इलैक्ट्रॉन टूवर्ड्स अनदर इलैक्ट्रॉन, अगर एक इलैक्ट्रॉन नूं दूसरे इलैक्ट्रॉन दे कोल लैके जावांगे, इलैक्ट्रोस्टैटिक पोटेंशियल एनर्जी ऑफ द सिस्टम, जिहड़ा सिस्टम दे अंदर जिहड़ी एनर्जी होएगी, इलैक्ट्रोस्टैटिक पोटेंशियल एनर्जी होएगी, वो किद्दां दी होएगी। ਜਦੋਂ ਵੀ ਬੱਚੇ ਅਸੀਂ ਸੇਮ ਚਾਰਜਿਸ ਨੂੰ ਇੱਕ ਦੂਸਰੇ ਦੇ ਕੋਲ ਲੈ ਕੇ ਆਉਂਦੇ ਹਾਂ ਇਕੁਇ ਪੋਟੈਂਸ਼ੀਅਲ ਸਰਫੇਸ ਦੇ ਅੰਦਰ, ਪਹਿਲੀ ਗੱਲ ਤਾਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਦੇ ਅੰਦਰ ਸਾਡੇ ਜਿਹੜੇ ਚਾਰਜਿਸ ਆ ਆਲਮੋਸਟ ਸੇਮ ਹੁੰਦੇ ਆ। ਸੋ ਜਦੋਂ ਵੀ ਅਸੀਂ ਸੇਮ ਚਾਰਜ ਨੂੰ ਸੇਮ ਕੋਲ ਲੈ ਕੇ ਆਉਂਦੇ ਹਾਂ ਤਾਂ ਆਲਵੇਜ਼ એનર્ਜੀ ਜਿਹੜੀ ਆ ਇਨਕਰੀਜ਼ ਹੋ ਜਾਂਦੀ ਆ। ਸੋ 61 ਦਾ ਕੀ ਆ ਜਾਏਗਾ, ਇਨਕਰੀਜ਼। ਨੈਕਸਟ ਆ, ਇਫ ਅ ਪੁਆਇੰਟ ਚਾਰਜਿਸ, ਸੋ ਬੱਚੇ 61 ਦਾ ਤੁਸੀਂ ਇੱਥੇ ਰੀਜ਼ਨ ਵੀ ਲਿਖ ਸਕਦੇ ਹੋ, ਵਰਕ ਡਨ ਟੂ ਬੀ ਡਨ ਅਗੇਂਸਟ ਫੋਰਸ ਆਫ ਰਿਪਲਸ਼ਨ, ਹੈਂਸ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਆਫ ਦ ਸਿਸਟਮ ਇਨਕਰੀਜ਼ਿਜ਼। ठीक है जी। 62 क्वेश्चन देखो, इफ अ पॉइंट चार्ज Q मूव्स अराउंड अ सर्कल अबाउट अ चार्ज Q दैन द वर्क डन बाय द चार्ज। मान लो साडे को एक चार्ज आ Q, असी एक चार्ज ले लिया Q ਤੇ ਇਹਦੇ ਸਰਕਲ ਦੇ ਵਿੱਚ ਇੱਕ ਹੋਰ ਚਾਰਜ ਜਿਹੜਾ ਹੈ ਇਸ ਤਰੀਕੇ ਨਾਲ ਮੂਵ ਕਰ ਰਿਹਾ। ਇਫ ਅ ਪੁਆਇੰਟ ਚਾਰਜ Q ਮੂਵਿੰਗ ਅਰਾਊਂਡ ਅ ਸਰਕਲ ਅਬਾਊਟ ਅ ਚਾਰਜ Q ਦੈਨ ਵਰਕ ਡਨ, ਤਾਂ ਜਿਹੜਾ ਉਹਦਾ ਵਰਕ ਡਨ ਆ ਉਹ ਕਿੱਦਾਂ ਦਾ ਹੋਏਗਾ, ਕਿਉਂਕਿ ਸੇਮ ਚਾਰਜ ਦੇ ਅਲੋਂਗ ਇੱਕ ਹੋਰ ਚਾਰਜ ਮੂਵ ਕਰ ਰਿਹਾ ਤਾਂ ਇਹ ਇੱਕ ਇਕੁਇ ਪੋਟੈਂਸ਼ੀਅਲ ਸਰਫੇਸ ਦੀ ਤਰ੍ਹਾਂ ਐਕਟ ਕਰੇਗਾ। ਸੋ ਇਕੁਇ ਪੋਟੈਂਸ਼ੀਅਲ ਸਰਫੇਸ ਦੇ ਅੰਦਰ ਵਰਕ ਡਨ ਜਿਹੜਾ ਆ ਉਹ 0 ਹੁੰਦਾ। ਸੋ ਆਨਸਰ ਆ ਜਾਏਗਾ 0। ਨੈਕਸਟ ਆ 23rd ਕੁਐਸਚਨ, 63rd क्वेश्चन, इट इज़ पॉसिबल टू हैव अ पॉजिटिवली चार्ज बॉडी एट, अगर असी कोई पॉजिटिवली चार्ज बॉडी लैने आ तो कहते पॉसिबल हो सकता, नंबर 1 इज़ अ जीरो पोटेंशियल, हो सकता तो जीरो पोटेंशियल होवे, डेफिनेटली हो सकता। नैक्सट आ नैगेटिव पोटेंशियल, ये भी हो सकता, पॉजिटिव पोटेंशियल ये भी हो सकता। सो एक पॉजिटिवली चार्ज बॉडी के उपर कहते कोई भी पोटेंशियल हो सकता है। सो ऑल आर करैक्ट। सो ऑल ऑफ दीज मतलब डी ऑप्शन इज़ द राइट आंसर। 64 देखो, इलैक्ट्रिक पोटेंशियल ऑफ अर्थ इज़ टेकन एज जीरो, जी इलैक्ट्रिक पोटेंशियल ऑफ अर्थ आ असी जीरो ले ली बिकॉज अर्थ इज़ अ गुड कंडक्टर, साडी जिहड़ी धरती आ गुड कंडक्टर आ। सो बी ऑप्शन इज़ द राइट आंसर। नैक्सट आ जाओ 2, बच्चे मैं इत्थे टिक नहीं हुण लगाए तो लगा लेना अपने आप। 2 इक्वल एंड ऑपोजिट चार्जिस प्लस Q एंड माइनस Q सिचुएटेड एट एन एक्स डिस्टेंस, असी एक प्लस Q लिता और माइनस Q लिता, दोनों नू पर्टिकुलर डिस्टेंस x के उपर रख दिता फ्रॉम ईच अदर, द वैल्यू ऑफ पोटेंशियल एट वेरी फार पॉइंट विल डिपेंड ऑन। सो किन्ना जिहड़ा आ वेरी करेगा, मतलब तो किन्ना दूर होएगा, दैट इज़ जिन्ना चार्ज होएगा इनटू परपेंडिकुलर डिस्टेंस। सो आइदर चार्ज किन्ना आ Q ते डिस्टेंस किन्ना आ x। सो दिस इज़ आंसर, दैट इज़ ऑन QX। नैक्सट आ जाओ, द नैट वैल्यू ऑफ इलैक्ट्रोस्टैटिक फील्ड इनसाइड द कंडक्टर, अगर असी इनसाइड कंडक्टर देखिए तो जी इलैक्ट्रिक फील्ड होंगी है दैट इज़ 0। सो आंसर इज़ बी ऑप्शन 0। ठीक है। नैक्सट व्हाट इज़ द पोटेंशियल विद इन एंड ऑन द सरफेस ऑफ कंडक्टर, अगर असी कंडक्टर के उपर देखिए तो जी पोटेंशियल कितना होएगा, पोटेंशियल बच्चे एक बार जिन्नी तुसी वोल्टेज दे दी उन्ना ही पोटेंशियल रहेगा, पोटेंशियल कदे इनक्रीज या डिक्रीज नहीं होंदा। सो दैट इज़ 0। नैक्सट ए इज़ अ फिनोमिना ऑफ मेकिंग अ रीजन फ्री फ्रॉम एनी इलैक्ट्रिक फील्ड, असी कोई इलैक्ट्रिक फील्ड तो फ्री कोई ए रीजन बनाया, आइडेंटिफाई ए, तो ए जी आ की चीज़ होएगी। सो बच्चे इदां दी चीज़ जिते इलैक्ट्रिक फील्ड का बिल्कुल इफैक्ट ना पैंदा होवे उन्होंने असी इलैक्ट्रोस्टैटिक शील्डिंग बोल दिंदे आ। सो सी ऑप्शन आ जाएगी, इलैक्ट्रोस्टैटिक शील्डिंग। नैक्सट आ व्हाट इज़ द इलैक्ट्रिक फील्ड इन द कैविटी ऑफ हॉलो चार्ज कंडक्टर। सो हॉलो चार्ज कंडक्टर जिहड़ा आ उहदी कैविटी आ जी की होंगी आ, दैट इज़ डिपेंड अपॉन द नेचर ऑफ कंडक्टर, कंडक्टर जिद्दां दा होएगी जी उहदी कैपेसिटी आ या कैविटी आ वो उद्दां दी ही होएगी। सो आई होप बच्चे तुहानूं आह जिहड़े MCQs आ क्लीयरली समझ लग रहे होणगे। इत्थे तक सारे अंडरस्टैंडिंग या नॉलेज बेस्ड MCQs ही चल रहे आ साडे। 70th क्वेश्चन देखो, द इलैक्ट्रोस्टैटिक फील्ड एट द सरफेस ऑफ चार्ज कंडक्टर मस्ट बी। सो इलैक्ट्रोस्टैटिक फील्ड जी आ वो किद्दां दी होएगी, हमेशा बच्चे जी इलैक्ट्रोस्टैटिक फील्ड आ ओह टू बी
ਸਰਫੇਸ ਐਟ ਐਵਰੀ ਪੁਆਇੰਟ, ਹਰ ਇੱਕ ਪੁਆਇੰਟ ਦੇ ਪਰਪੈਂਡੀਕੂਲਰ ਹੁੰਦੀ ਹੈ। ਪਰਪੈਂਡੀਕੂਲਰ ਮਤਲਬ ਨੋਰਮਲ ਹੁੰਦੀ ਹੈ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਇਨ ਵਿਚ ਫੋਰਮ એનર્ਜੀ ਸਟੋਰਡ ਇਨ ਇਲੈਕਟ੍ਰਿਕ ਇਨ ਚਾਰਜਡ ਕਪੈਸਿਟਰ। ਚਾਰਜਡ ਕਪੈਸਿਟਰ ਦੇ ਵਿੱਚ ਜਿਹੜੀ ਆ એનર્ਜੀ ਸਟੋਰ ਹੁੰਦੀ ਆ ਉਹ ਬਿਜਲੀ ਦੀ ਫੋਰਮ ਦੇ ਵਿੱਚ ਹੁੰਦੀ ਆ। ਸੋ ਇਲੈਕਟ੍ਰੀਕਲ એનર્ਜੀ ਦੀ ਫੋਰਮ ਦੇ ਵਿੱਚ ਹੁੰਦੀ ਆ। ਨੈਕਸਟ ਆ ਜਾਓ 72 ਤੇ, ਕਪੈਸਿਟੈਂਸ ਇਜ਼ ਰੇਸ਼ੋ ਆਫ। ਸੋ ਕਿਊ ਬੱਚੇ ਕਿਹਦੇ ਇਕੁਅਲ ਹੁੰਦਾ ਆ? ਕਿਊ ਇਜ਼ ਇਕੁਅਲਸ ਟੂ ਸੀ ਵੀ। ਸੋ ਸੀ ਕਿਹਦੇ ਇਕੁਅਲ ਹੋਏਗਾ? ਕਿਊ ਡਿਵਾਈਡਡ ਬਾਈ ਵੀ। ਸੋ ਸੀ ਕਿਹਦੇ ਇਕੁਅਲ ਆ? ਕਿਊ ਡਿਵਾਈਡਡ ਬਾਈ ਵੀ। ਸੋ ਤੁਹਾਡਾ 72 ਦਾ ਬੱਚੇ ਬੀ ਆਂਸਰ ਆ ਜਾਏਗਾ, ਕਿਊ ਡਿਵਾਈਡਡ ਬਾਈ ਵੀ। ਨੈਕਸਟ ਆ ਜਾਓ, ਕਪੈਸਿਟੈਂਸ ਆਫ ਪੈਰਲਲ ਪਲੇਟ ਕਪੈਸਿਟਰ ਡਿਪੈਂਡਸ, ਕਿਹੜੀ ਕਿਹੜੀ ਚੀਜ਼ ਤੇ ਡਿਪੈਂਡ ਕਰਦਾ? ਨੰਬਰ 1 ਕੀ ਆ ਤੁਹਾਡੇ ਕੋਲ? ਸਰਫੇਸ ਏਰੀਆ ਆਫ ਪਲੇਟਸ, ਪਲੇਟਸ ਦੀਆਂ ਜਿਹੜੀ ਸਰਫੇਸ ਏਰੀਆ ਕਿੱਦਾਂ ਦਾ ਡੈਫੀਨੇਟ ਇਹ 'ਤੇ ਡਿਪੈਂਡ ਕਰਦਾ ਆ। ਡਿਸਟੈਂਸ ਬਿਟਵੀਨ ਦਾ ਪਲੇਟਸ, ਪਲੇਟਸ ਦੀ ਡਿਸਟੈਂਸ ਦੇ ਵਿਚਕਾਰ ਕਿੰਨੀ ਡਿਸਟੈਂਸ ਆ ਉੱਤੇ ਵੀ ਡਿਪੈਂਡ ਕਰਦਾ। ਮਤਲਬ ਜੇ ਜ਼ਿਆਦਾ ਹੋਊਗੀ ਡਿਸਟੈਂਸ ਤਾਂ ਕਹਿ ਲਓ ਸਾਨੂੰ ਵਿੱਚ ਮਟੀਰੀਅਲ ਜ਼ਿਆਦਾ ਭਰਨਾ ਪਏਗਾ। ਸੋ ਇੱਥੇ ਵੀ ਡਿਪੈਂਡ ਕਰਦੀ, ਪੋਟੈਂਸ਼ੀਅਲ 'ਤੇ ਡਿਪੈਂਡ ਨਹੀਂ ਕਰਦਾ, ਬੋਥ ਏ ਐਂਡ ਬੀ। ਸੋ ਏ ਐਂਡ ਬੀ ਦੇ ਉੱਪਰ ਜਿਹੜਾ ਆ ਡਿਪੈਂਡ ਕਰਦਾ ਆ। ਨੈਕਸਟ ਚਲੋ, what happened to the capacitance of the capacitor when dielectric slab is insert it? This is the most important question। ਬਹੁਤ ਸਾਰੇ ਬੱਚੇ ਤੁਹਾਡੇ ਜਿਹੜੇ ਸਤੰਬਰ ਪੇਪਰ ਹੋ ਕੇ ਹਟਿਆ ਜਾਂ ਮਾਡਲ ਟੈਸਟ ਪੇਪਰ ਆ ਉਹਨਾਂ ਦੇ ਵਿੱਚ ਇਹ ਕੁਐਸਚਨ ਦੇਖਣ 'ਚ ਮਿਲਿਆ ਆ ਕਿ ਜਦੋਂ ਵੀ ਅਸੀਂ ਡਾਇਲੈਕਟ੍ਰਿਕ ਸਲੈਬ ਦੋ ਪੈਰਲਲ ਪਲੇਟਸ ਦੇ ਵਿਚਕਾਰ ਉਹ ਕਰਦੇ ਆ ਤਾਂ ਜਿਹੜੀ ਤੁਹਾਡੀ ਇਲੈਕਟ੍ਰਿਕ ਫੀਲਡ ਆ ਉਹ ਕੀ ਕਰ ਜਾਂਦੀ ਆ? ਤਾਂ ਇਨਕਰੀਜ਼ ਹੋ ਜਾਂਦੀ ਆ। ਕਪੈਸਿਟੈਂਸ ਤੁਹਾਡੀ ਕੀ ਹੋ ਜਾਂਦੀ ਆ? ਇਨਕਰੀਜ਼। ਸੋ ਇਹਦਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਆ, ਕਪੈਸਿਟੀ ਆਫ ਸਫੈਰੀਕਲ ਕੰਡਕਟਰ ਡਿਪੈਂਡਸ ਅਪੋਨ। ਜਿਹੜੀ ਸਫੈਰੀਕਲ ਕੰਡਕਟਰ ਲੈ ਲਓ ਕੋਈ ਇਸ ਤਰੀਕੇ ਦਾ, ਇਹ ਕਿਹੜੀ ਕਿਹੜੀ ਚੀਜ਼ 'ਤੇ ਜਿਹੜਾ ਆ ਡਿਪੈਂਡ ਕਰਦਾ ਆ? ਸੋ ਇਹ ਡਿਪੈਂਡ ਕਰਦਾ ਕਿੱਦਾਂ ਦਾ ਤੁਸੀਂ ਰੇਡੀਅਸ ਲਿੱਤਾ, ਕਿਉਂਕਿ ਸੀ ਕਿਹਦੇ ਇਕੁਅਲ ਹੁੰਦਾ ਆ? 4πε0 r ਸਕੁਅਰ। ਸੋ ਜਿੱਦਾਂ ਦਾ ਤੁਹਾਡਾ ਰੇਡੀਅਸ ਹੋਏਗਾ ਉੱਦਾਂ ਦੀ ਤੁਹਾਡਾ ਸਫੈਰੀਕਲ ਕੰਡਕਟਰ ਹੋਏਗਾ। ਸੋ ਏਰੀਆ, ਵੋਲੀਅਮ, ਰੇਡੀਅਸ। ਸੋ ਬੇਸਿਕਲੀ ਇਹ ਰੇਡੀਅਸ 'ਤੇ ਡਿਪੈਂਡ ਕਰਦਾ। ਤਾਂ ਸੀ ਆਪਸ਼ਨ ਇਜ਼ ਦਾ ਰਾਈਟ ਆਂਸਰ। ਨੈਕਸਟ ਆ ਜਾਓ 76 ਤੇ ਬੱਚੇ, ਹੁਣ ਤੁਹਾਡੇ ਜਿਹੜੇ ਆ ਨੂਮੈਰੀਕਲ ਸਟਾਰਟ ਹੋਣ ਲੱਗਿਆ। ਇਸ ਬੁੱਕ ਦੇ ਵਿੱਚ 120 ਕੁਐਸਚਨਸ ਆ। ਸੋ 76 ਤੋਂ ਲੈ ਕੇ 120 ਤੱਕ, ਇਹਦਾ ਮਤਲਬ ਕੁਛ 45 ਕੁਐਸਚਨਸ ਇਹਨਾਂ ਨੇ ਐਪਲੀਕੇਸ਼ਨ ਬੇਸਡ ਕੁਐਸਚਨ ਦਿੱਤੇ ਹੋਏ ਆ। ਸੋ ਪ੍ਰੈਕਟਿਸ ਕਰਨ ਦੇ ਲਈ ਕਾਫੀ ਕੁਐਸਚਨਸ ਆ। ਸੋ ਚਲੋ ਆਪਾਂ ਸਟਾਰਟ ਕਰਦੇ ਹਾਂ ਐਪਲੀਕੇਸ਼ਨ ਬੇਸਡ ਕੁਐਸਚਨ। ਬੱਚੇ 76 ਕੁਐਸਚਨ ਦੇਖੋ, 2 ਮਾਈਕਰੋਫੈਰਡ, 4 ਮਾਈਕਰੋਫੈਰਡ, 6 ਮਾਈਕਰੋਫੈਰਡ ਕਪੈਸਿਟਰਸ ਆਰ ਕਨੈਕਟਡ ਇਨ ਸੀਰੀਜ਼। ਅਗਰ ਅਸੀਂ ਉਹਨੂੰ ਸੀਰੀਜ਼ ਦੇ ਵਿੱਚ ਜੋੜ ਦਿੰਦੇ ਆ ਤਾਂ ਕੀ ਹੋਏਗਾ? ਸਭ ਤੋਂ ਪਹਿਲਾਂ ਸੀਰੀਜ਼ ਦਾ ਫਾਰਮੂਲਾ ਪਤਾ ਹੋਣਾ, CS ਇਜ਼ ਇਕੁਅਲਸ ਟੂ 1/C1 ਪਲੱਸ 1/C2 ਪਲੱਸ 1/C3। ਸੋ ਕਿੰਨਾ ਲਿਖਾਂਗੇ? 1/2 ਪਲੱਸ 1/4 ਪਲੱਸ 1/6। ਨਾਓ ਟੇਕ ਐਲਸੀਐਮ, ਐਲਸੀਐਮ ਇਜ਼ 12। ਉੱਪਰ ਆ ਜਾਏਗਾ 6 ਪਲੱਸ 3 ਪਲੱਸ 2। ਆਈ ਥਿੰਕ ਤੁਹਾਨੂੰ ਐਲਸੀਐਮ ਲੈਣਾ ਅੱਛੇ ਤਰੀਕੇ ਨਾਲ ਆਉਂਦਾ ਹੋਏਗਾ। ਸੋ 1/CS, ਸਾਨੂੰ 1/C ਦਾ ਆਂਸਰ ਨਹੀਂ ਚਾਹੀਦਾ, ਸਾਨੂੰ ਇਕੱਲਾ C ਦਾ ਆਂਸਰ ਚਾਹੀਦਾ। ਦੈਟ ਇਜ਼ 12/11 ਮਾਈਕਰੋਫੈਰਡ। ਸੋ 12.11 ਜਿਹੜਾ ਆ ਤੁਹਾਡਾ ਆਂਸਰ ਆ। ਸੋ ਬੱਚੇ ਇੱਥੇ 12.11 ਤਾਂ ਕੋਈ ਹੈ ਨਹੀਂਗਾ। ਸੋ 12 ਨੂੰ 11 ਦੇ ਨਾਲ ਡਿਵਾਈਡ ਕਰਕੇ ਦੇਖ ਲਓ, ਤੁਹਾਡਾ 1.1 ਮਾਈਕਰੋਫੈਰਡ ਜਿਹੜਾ ਆ ਉਹ ਆਂਸਰ ਆ ਜਾਏਗਾ। ਨੈਕਸਟ ਆ 10, 20, 22, 100 ਆਰ ਕਨੈਕਟਡ ਇਨ ਪੈਰਲਲ। ਪੈਰਲਲ ਦਾ ਫਾਰਮੂਲਾ ਕੀ ਹੁੰਦਾ? C1 ਪਲੱਸ C2 ਪਲੱਸ C3 ਪਲੱਸ C4। ਸੋ ਸਭ ਨੂੰ ਐਡ ਕਰ ਦਿਓ, 10 ਪਲੱਸ 20 ਪਲੱਸ 22 ਪਲੱਸ 100। ਸੋ ਜਲਦੀ ਜਲਦੀ ਬੱਚੇ ਐਡ ਕਰੋ, 152 ਮਾਈਕਰੋਫੈਰਡ। ਸੋ 152 ਮਾਈਕਰੋਫੈਰਡ ਮਤਲਬ ਕਿ ਡੀ ਆਪਸ਼ਨ ਇਜ਼ ਦਾ ਰਾਈਟ ਆਂਸਰ। ਬੱਚੇ 78th ਕੁਐਸਚਨ ਦੇਖੋ, 2 capacitors of 2 microfarad and 3 microfarad are connected in series across 10 volt। ਹੁਣ ਸਾਡੇ ਕੋਲ ਗਿਵਨ ਆ ਕਿ C1 C2 ਆ ਜਿਹੜਾ ਉਹ V1 ਇੰਨੇ ਨਾਲ ਕਨੈਕਟਡ ਆ। ਦ ਪੋਟੈਂਸ਼ੀਅਲ ਡਿਫਰੈਂਸ ਅਕਰੋਸ ਦ 2 ਮਾਈਕਰੋਫੈਰਡ ਕਪੈਸਿਟਰ। 2 ਮਾਈਕਰੋਫੈਰਡ ਕਪੈਸਿਟਰ ਦੇ ਨਾਲ ਅਸੀਂ ਪਤਾ ਕਰਨਾ ਕਿ ਕਿੰਨਾ ਆ। ਸੋ ਬੱਚੇ Q ਦੀ ਵੈਲਿਊ ਪਤਾ ਹੈ ਤੁਹਾਨੂੰ, CV ਆ। ਇਹਦਾ ਮਤਲਬ ਅਸੀਂ ਲਿਖ ਸਕਦੇ ਹਾਂ C1 V1, ਕਿਉਂਕਿ ਪੋਟੈਂਸ਼ੀਅਲ ਸੀਰੀਜ਼ ਦੇ ਵਿੱਚ ਆ ਤਾਂ ਬੋਥ ਆਰ ਇਕੁਅਲ। C2 V2 ਅਸੀਂ ਲਿਖ ਸਕਦੇ ਹਾਂ V1 ਓਵਰ ਜਾਂ C1 ਓਵਰ C2, ਇਹਦੇ ਪੈਰਾਂ 'ਚ ਲੈ ਆਓ, V2 ਓਵਰ V1। ਹੁਣ C1 ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ? C1 ਕਿੰਨੀ ਆ? 2 ਡਿਵਾਈਡਡ ਬਾਈ 3। ਔਰ V1 ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ? 10। ਦਿਸ ਇਜ਼ V2। V2 ਅਸੀਂ ਪਤਾ ਕਰਨੀ ਆ।
सो V2 कितना होएगा 10 मल्टीप्लाई बाय 2 डिवाइडेड बाय 3, सो आ जाएगा 20 डिवाइडेड बाय 3, सो आ जाएगा 6 पॉइंट समथिंग कुछ आंसर। सो 6 वोल्टेज से जो नेड़े तेड़े आंसर आएगा। सो असी राउंड ऑफ करके लिखिया तो 6.2 नूं लिख सकते हैं 6 वोल्ट। नैक्सट आ 9 कैपेसिटर्स हैविंग, अगर 9 कैपेसिटर्स नूं असी की किया कंबाइन करके कनैक्ट कर दिता सीरीज़ दे विच n कैपेसिटर्स नूं, सॉरी, कैलकुलेट द इक्विवेलेंट कैपेसिटेंस। सो इक्विवेलेंट कैपेसिटेंस कितनी होएगी। सो बच्चे सीरीज़ का फॉर्मूला की आ, सीरीज़ का मतलब की आ 1/c इज इक्वल्स टू 1/c1 प्लस 1/c2 प्लस 1/c3, क्योंकि सारे ही c आ तो किन्ने आ जाएंगे अप टू n टाइम्स। सो असी लिख सकते हैं n डिवाइडेड बाय c। सो n डिवाइडेड बाय c मतलब कि थोड़ी ऑप्शन नंबर c इज़ द राइट आंसर। सॉरी बच्चे सॉरी, सो आंसर आएगा 1/c, 1/c इज इक्वल्स टू n/c। ठीक है, अगर असी इनू उल्टा के लिखिए तो सी एस का आंसर फाइनली कितना आएगा c डिवाइडेड बाय n। सो c डिवाइडेड बाय n मतलब कि आंसर आएगा। सो यही मिसटेक बच्चे पेपर में बच्चे भी बहुत बारी करते हैं कि वो भी आही आंसर लगा के आ जाते हैं। सो आ आंसर नहीं आ, क्योंकि 1/cs आ, सानू कला cs चाहिए। सो इसका रेसिप्रोकल करना ना भुलना। ठीक है जी, चलो नैक्सट क्वेश्चन देखते हैं। सो नैक्सट क्वेश्चन दे विच आ बच्चे कैलकुलेट द वोल्टेज अक्रॉस ए बी दे अक्रॉस असी वोल्टेज चैक करनी है। इफ द टोटल चार्ज स्टोर्ड बाय द कॉम्बीनेशन इज 13c, अगर 13c आ। सो डायग्राम सानू गिवन आ, सानू देखण च पता लग रहा है कि C1 C2 C3 आर इन पैरलल। पैरलल दा फॉर्मूला की हुंदा बच्चे C1 प्लस C2 प्लस C3। सो दिस इज़ 1 प्लस 2 प्लस 10 फैरड। सो सब नू ऐड किया तो साडे को आ गया 13 फैरड। सो ये साडी CP का आंसर आया, मतलब कि कैपेसिटर Q सानू गिवन आ 13 कूलम। नाउ वी हैव टू फाइंड पोटेंशियल। सो बच्चे Q के इक्वल हुंदा आ CV दे, ठीक है, V के इक्वल आएगा Q डिवाइडेड बाय C दे। Q थोड़े को कितना गिवन आ 13 और C असी कितना निकालिया 13। सो कट के आ गया 1 वोल्ट। सो 1 वोल्ट मतलब ए ऑप्शन इज़ द राइट आंसर। नैक्सट बच्चे 81st क्वेश्चन आ, इहदी कैलकुलेशन थोड़ी जी लेंथी आ। सो देखते हैं आप समझते हैं। कहते 4 इक्वल चार्जिस, 4 पहला इक्वल चार्जिस लेते आर प्लेसड एट द कॉर्नरस ऑफ ABC। सो असी इस तरीके नाल लेता। सो असी ऑप्शन लैन लगे A B C D, थोड़ी मर्जी जो मर्जी जड़ा मर्जी नाम रख दो। हर एक की लेंथ कितनी आ A, क्योंकि यह स्केयर आ तो हर एक लेंथ A होएगी। द मैगनीट्यूड ऑफ फोर्स ऑन द चार्ज एट B इज़, B के उपर कितना जड़ा आ फोर्स अप्लाई होया, असी फोर्स पता करना। सो यदि कैलकुलेशन देखते हैं राजे किद्दां करनी है। सो सब तो पहला इस तरीके ना डायग्राम बना लो। असी B के उपर फोर्स पता करना। सो इधरों पहला इनू चार्ज का इस तरफ डायरैक्शन गई, इधरों इधर चार्ज की इस तरफ और इधरों इदा। क्लीयर हो गया। सो एंगल कितना बन रहा 45 डिग्री। डन। सो असी लिख रहे हैं फोर्स बी ते ए दे करके कितना फोर्स अप्लाई होया, B ते ए करके कितना फोर्स अप्लाई होया। असी लिखा 1/4 पाई एप्सिलॉन नॉट Q स्केयर डिवाइडेड बाय A स्केयर। सिमिलरली B तो लैके C तक भी सेम फोर्स लगेगा, असी लिख दिता सेम फोर्स। नैक्सट B तो लैके D तक, मतलब असी किद्दां लिखिया A तो लैके B तक एक फोर्स, D तो लैके B तक एक दूसरा फोर्स, C तो लैके B तक तीसरा फोर्स। सो 3 फोर्सिस असी लिख ले इस तरीके ना। डन। हुण असी उन्हां दे कंपोनेंट्स लिखने आ, उन्हां दे एंगल्स लिखने आ। जिद्दां ही असी एंगल्स लिखांगे तो साडी जिहड़ी आ इस तरीके नाल इहनूं सॉल्व करांगे। सो इहदी थोड़ी जी कैलकुलेशन बच्चे लॉन्ग आ, तुहानूं खुद सॉल्व करके देखनी पेगी। सारी नहीं समझ लगेगी तो प्लीज़ कमेंट सैक्शन दे विच लिख देना। अदरवाइज़ इन्ना लॉन्ग क्वेश्चन बच्चे पंजाब बोर्ड दे विच कदे नहीं आ सकदा। इदां दा क्वेश्चन हले तक तो पंजाब बोर्ड च कदे नहीं आया। सो बच्चे पंजाब बोर्ड के MCQs जिहड़े आ वो काफ़ी हद तक जिद्दां तुहाडे पहला पेपर आंदे सी बोर्ड दे वैसे ही आ रहे आ, पर फिर भी 35 क्वेश्चन चों 2-3 क्वेश्चन इदां दे जरूर हुंदे आ जो CBSE पैटर्न दे हुंदे आ या फिर पंजाब बोर्ड नालों बिल्कुल हट के हुंदे, मतलब आउट ऑफ सिलेबस पूछे जाते हैं। जिहड़ा आ वाला क्वेश्चन है 83rd क्वेश्चन आ, इदां दे क्वेश्चन अज तक पंजाब बोर्ड दे विच कदे नहीं पूछे गए। सो एक बार इनू देख जरूर लेना, समझ जरूर लेना। नहीं क्लीयर होएगा तो प्लीज़ कमेंट सैक्शन दे विच लिख देना, क्योंकि क्वेश्चन काफ़ी लंबा आ, काफ़ी लेंथी आ। सो इनू एक्सप्लेन करन दे विच 5-10 मिनट लग जाएंगे, तो मैं ये लिए अलग तो वीडियो बना दाँगी अगर नहीं समझ लगेगा। ठीक है। सो इसका सल्यूशन देख लेना राजे, बुक ने सल्यूशन तुहानूं प्रोवाइड किया होया आ।
सो एक बार ध्यान नाल देख लेना, नहीं समझ लगेगा तो मैं तुहानूं समझा दूँगी। ठीक है, सो आप नैक्सट क्वेश्चन देखते हैं। सो नैक्सट है इलैक्ट्रिक फील्ड एट अ पॉइंट वेरीज एज आर नॉट फॉर। दिस इज़ द मोस्ट इंपॉर्टेंट क्वेश्चन। इदा दा क्वेश्चन बच्चे पेपर विच पूछे जा चुके आ, लास्ट ईयर भी पेपर दे विच इदां दे क्वेश्चन आए हुए आ। अ प्लेन इनफाइनाइट शीट ऑफ चार्ज। सो इहदा आंसर सीधा आ, सो आप डायरैक्ट लगाता। वर्क डन इन अ चार्जिंग अ कैपेसिटर इज़। सो एक कैपेसिटर नूं अगर असीं चार्ज करते हैं तो उत्थे कितना वर्क डन हुंदा, दैट इज़ हाफ बच्चे, अदरवाइज तो हाफ सी वी स्केयर हुंदा, या फिर हाफ क्यू वी हुंदा, या फिर हाफ, तीन फॉर्मूलेज आ बच्चे, तिन्हां विचों कोई भी हो सकदा। सो सैकेंड नंबर ते साडी ऑप्शन आ रही है हाफ क्यू वी। ठीक है, सानूं वर्क डन वाले बच्चे सारे फॉर्मूले याद होने चाहिए आ। नैक्सट आ 84th क्वेश्चन, फाइंड द एनर्जी टू स्टोर इन अ 4000 माइक्रो कैपेसिटर चार्ज। हुण इन्ना बच्चे तुहानूं सी गिवन आ। सो 4000 मल्टीप्लाई बाय 10⁻⁻6 फैरड। सो 3 जीरोज़ गई तो 10⁻³ फैरड तुहानूं सी गिवन आ। पोटेंशियल गिव डिफरेंस मतलब कि 50 वोल्ट जिहड़ा तुहानूं गिवन आ। एनर्जी स्टोर मतलब कि असीं की पता करना, U इज़ इक्वल्स टू हाफ सी वी स्क्वेयर। तुहानूं सी भी पता और वी भी पता। जल्दी जल्दी बच्चे इहदी वैल्यू पुट करो और जल्दी जल्दी इनू सॉल्व करके दसो। ट्राई करो कि बच्चे जिहड़ी इदां दी कैलकुलेशनस हुंदियां वो टीचर ते डिपेंड ना करो, खुद ट्राई करो। ठीक है, अगर बिल्कुल नहीं आंदा तो मेरे वाल देख लो, अगर आंदा तो जल्दी जल्दी ट्राई करके देखो कि तुहाडा आंसर सेम आ रहा जो मेरा आंसर आएगा। 5 5 25, पिछे 2 जीरोज़, मल्टीप्लाई बाय 2 -3। सो आ गया, इनू मल्टीप्लाई किया तो 50 इंटू 2 जीरोज़ नाल लगातियाँ, मल्टीप्लाई बाय 10⁻³ आ 3 जीरोज़ ना कट्टियाँ गई तो आ गया 5 जूल। सो आंसर आ जाएगा सी ऑप्शन, दैट इज़ 5 जूल। सो बच्चे 84th का आंसर सब का आ गया 5 जूल। नैक्सट 85th क्वेश्चन कर दियाँ, when do we get maximum energy from the set of capacitors। कैपेसिटर्स नूं कितना सैट किया जाए कि सानू मैक्सीमम जिहड़ी एनर्जी वो मिल सके। सो बच्चे आंसर इज़ पैरलल। इहदा रीजन की आ, पैरलल दे विच क्यों हुंदा, मान लो असीं सीरीज़ दे विच कैपेसिटर्स लगाते तो पहले ही कैपेसिटर ने एनर्जी नूं ब्लॉक कर लेना, सैकेंड तक घट पहुँचेगी, उस तो घट पहुँचेगी। इहदा मतलब अगर असीं नूं पैरलल जोड़ दईए, कैपेसिटर्स नूं पैरलल जोड़ दईए तो सारे कैपेसिटर मैक्सीमम जिहड़ी आ एनर्जी नूं स्टोर कर पाउणगे। सो पैरलल विच असीं मैक्सीमम करदे हां। सो आंसर इज़ ए ऑप्शन। नैक्सट आ, इफ अ चार्ज इन अ कैपेसिटर इज़ 4 कूलम, अगर चार्ज क्यू 4 कूलम आ और एनर्जी इट इज़ 4 जूल, द फाइंड द वैल्यू ऑफ कैपेसिटर। तो कैपेसिटर की जिहड़ी वैल्यू आ वो तुसीं फाइंड आउट करनी आ। सो फॉर्मूला बच्चे असीं की लगान लगे, एनर्जी आ, क्योंकि एनर्जी गिवन आ मतलब तुहानूं यू गिवन आ। सो यू इज़ इक्वल्स टू हाफ क्यू स्केयर डिवाइडेड बाय सी। हाफ सी वी स्केयर क्यों नहीं लगा रहे, क्योंकि आ यू और क्यू तुहानूं गिवन आ, सी की वैल्यू असीं पता करनी आ। सो इदां दा फॉर्मूला चूज करना है जिहदे विच क्यू यू तो सी यूज़ होंदा होवे। यू की वैल्यू कितनी आ 4 इज़ इक्वल्स टू हाफ क्यू असी पुट किया 4 इंटू 4, सी की वैल्यू असी पता करनी आ। ठीक है जी। सो 2 2 4 की 4 दे नाल 4 कट्टिया गया, सी का आंसर आ गया 2 फैरड। आंसर कितना आ गया 2 फैरड। सो 86 का आंसर बच्चे साढ़े को आ गया 2 फैरड। बच्चे इस वीडियो के विच असी 86 जड़े आ MCQs कीते आ। सो इस बुक दे विच 120 MCQs आ। आई थिंक अज दे लई बच्चे इन्ना ही MCQs काफ़ी आ, क्योंकि इन्ने कॉन्सैप्ट चंगी तरीके नाल क्लीयर करने, समझने ते पढ़ने इन्ना ही काफ़ी है। सो इन्ने MCQs का बच्चे अपने किसी पेरेंट्स की, अपनी मम्मा की, पापा की, सिस्टर ब्रदर किसी की हैल्प ले लो और एक बार अपना टेस्ट लैके जरूर देखना। अगर तुहाडे टीचर कोऑपरेट कर रहे हैं तो अपने टीचर नूं टेस्ट दे के देख लेना। सो इत्थे तक अपने MCQs की बच्चे तैयारी चंगे तरीके नाल करना। सो कल मिलते हैं नैक्सट वीडियो के नाल, जिहड़े आपां 87 तो लैके 120 MCQs जिहड़े आ डिस्कस करांगे। ठीक है जी। सो वीडियो नूं लाइक कर देना, अपने सारे फ्रेंड सर्कल तक शेयर कर देना और सबसक्राइब करना ना भुलना। थैंक यू सो मच।